2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋਂ 22693 Hesperian Boulevard, Suite 250, Hayward, California. Call 510-200-9988। ਸੋ ਪ੍ਰੋਗਰਾਮ ਸ਼ਬਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਿਸਾਨਾਂ ਦਾ ਜਿਹੜਾ ਰੇੜਕਾ ਪਿਆ ਹੈ ਕਰਨਾਲ ਦੇ ਵਿੱਚ, ਕਾਫੀ ਅੱਗੇ ਵੱਧਦਾ ਜਾ ਰਿਹਾ। ਪਤਾ ਚੱਲਿਆ ਵੀ SDM ਤਾਂ ਕਹਿੰਦੇ ਸਸਪੈਂਡ ਕਰ ਦਿੱਤਾ, ਪਰ ਕਿਸਾਨ ਬਹੁਤ ਸਖਤ ਹੋਏ ਬੈਠੇ ਨੇ। ਅਲਟੀਮੇਟਮ ਦੇ ਦਿੱਤਾ ਸਰਕਾਰ ਨੂੰ। देखो दानियालिया साहब, सस्पेंशन कोई सजा नहीं। हाँ बिल्कुल, सस्पेंड तो आज सस्पेंड करता कर लूँ, बहाली भी हो जानी, पर मेरे ख्याल मुताबिक हाले सस्पेंड किया नहीं होना। गल्लां बातें सोशल मीडिया ते गल्लां बातां बहुतियां आ रही हैं। अधिकारत मीडिया च अपना जे किसी भी आप देखिए प्रेस नोट वगैरह प्रिंट मीडिया ते किते भी कुछ नहीं है। और अगली गल की है, तुसी देखो कि जिस SDM ने कुछ लोग ਉਹਨੂੰ ਤਾਲਬਨ ਕਹਿੰਦੇ ਹੈ ਕਿ ਤਾਲਬਨਾਂ ਦਾ ਸਬੂਤ ਦਿੱਤਾ। ਮੈਂ ਕਹਿੰਦਾ ਤਾਲਬਨ ਦਾ ਨਹੀਂ, ਉਹਨੇ ਜਨਰਲ ਡਾਇਰ ਦਾ ਦਿੱਤਾ। ਡਾਇਰ ਦਾ ਦਿੱਤਾ, ਜਿਵੇਂ ਡਾਇਰ ਨੇ ਹੁਕਮ ਦਿੱਤਾ ਸੀ ਨਾ ਕਿ ਕੋਈ ਬੰਦਾ ਬਚ ਕੇ ਨਾ ਜਾਵੇ। ਗੋਲੀਆਂ ਮਾਰ ਕੇ 1500 ਦੇ ਕਰੀਬ ਲੋਕ ਸ਼ਹੀਦ ਕਰਤੇ ਸੀ ਜੀ। ਉਵੇਂ ਜਿਵੇਂ ਉਸ SDM ਨੇ ਵੀ ਕਿਹਾ ਸੀ ਕਿ ਇਧਰੋਂ ਬੰਦਾ ਇਧਰ ਨਾ ਆ ਜੇ, ਜੇ ਆਵੇ ਤਾਂ ਉਹਦਾ ਸਿਰ ਫਟਿਆ ਹੋਵੇ ਜੀ। ਇਸ ਕਿਸਮ ਦਾ ਹੁਕਮ ਦੇਣਾ ਤਾਲਬਨ ਹੁਕਮ। ਔਰ ਕਿਹੜੇ ਕਾਨੂੰਨ 'ਚ ਲਿਖਿਆ ਵਾ? SDM ਇੱਕ ਕਾਰਜਕਾਰੀ ਮੈਜਿਸਟ੍ਰੇਟ ਹੈ ਜੀ। ਉਹਦੀ ਮੈਜਿਸਟਰੀਅਲ ਜਿਹੜੀ ਡਿਊਟੀ ਹੈ
CRPC ਦੇ ਮੁਤਾਬਕ ਉਹਨੇ ਕੰਟਰੋਲ ਕਰਨਾ ਸਥਿਤੀ ਜੀ। ਉਹਦੇ ਨਿਯਮ ਕੀ ਹੈ ਕਿ ਜੇ ਲੋਕ ਬੇਕਾਬੂ ਹੁੰਦੇ ਹੈ, ਲੋਕ ਬੈਠੇ ਇੱਕ ਥਾਂ ਦੇ ਉੱਤੇ, ਦਫਾ 144 ਲੱਗੇ, ਤੁਸੀਂ ਉਹਨਾਂ ਨੂੰ ਉਠਾਉਣਾ ਹੈ ਤਾਂ ਤੁਹਾਨੂੰ ਅਨਾਉਂਸਮੈਂਟ ਕਰਨੀ ਪੈਣੀ ਹੈ ਜੀ ਕਿ ਤੁਹਾਡਾ ਇਕੱਠ ਜਿਹੜਾ ਹੈਗਾ CRPC ਦੀ ਧਾਰਾ 144 ਦੇ ਤਹਿਤ ਉਲੰਘਣਾ ਹੈ, ਇਹ ਗੈਰ ਕਾਨੂੰਨੀ ਹੈ, ਇਹ 188 ਦੀ ਜਦ ਵਿੱਚ ਆਉਂਦਾ, ਤੁਸੀਂ ਉੱਠ ਕੇ ਚਲੇ ਜਾਓ, ਨਹੀਂ ਸਾਨੂੰ ਕਾਰਵਾਈ ਕਰਨੀ ਪੈਣੀ। ਜੀ ਜੀ। ਦੂਜੀ ਗੱਲ ਹੈ ਕਿ ਉਹਨਾਂ ਬੰਦਿਆਂ ਨੂੰ ਅਰੈਸਟ ਕਰੋ। ਜੇ ਉਹ ਲੋਕ ਬਾਹਲੇ ਵਾਇਲੈਂਟ ਹੁੰਦੇ ਆ, ਤੁਸੀਂ ਥੋੜਾ ਬਹੁਤਾ ਡੰਡਾ ਚਾਰਜ ਕਰ ਦਿਓ, ਲੇਕਿਨ ਡੰਡਾ ਚਾਰਜ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਨੂੰ ਵਾਰਨਿੰਗ ਦੇਣੀ ਪੈਂਦੀ ਹੈ ਸਪੀਕਰ ਤੇ ਦੇਣੀ ਪੈਂਦੀ ਹੈ ਕਿ ਹੁਣ ਤੁਹਾਡੇ ਤੇ ਡਾਂਗਾ ਵੱਜਣਗੀਆਂ। ਇਨ ਕੇਸ ਜੇ ਫਿਰ ਵੀ ਉਹ ਕੰਟਰੋਲ ਨਹੀਂ ਹੁੰਦੀ ਤੇ ਫਿਰ ਹੁੰਦਾ ਗੋਲੀ ਚਲਾਉਣ ਦਾ ਹੁਕਮ, ਤੇ ਫਿਰ ਉਹ ਕਹਿੰਦਾ ਜੀ ਤੁਸੀਂ ਗੋਲੀ ਚਲਾਓ ਜੀ। ਹੁਣ ਹੋਇਆ ਕੀ ਕਿ ਮਿਸਟਰ ਮਨੋਹਰ ਲਾਲ ਖੱਟਰ ਤੇ ਉਹਦੀ ਸਾਰੀ ਪਾਰਟੀ ਜੀ ਉਹ ਕਰਨਾਲ 'ਚ ਇਕੱਠੇ ਹੋਏ। ਕਰਨਾਲ ਦੇ ਵਿੱਚ ਉਹਨਾਂ ਨੇ ਕੋਈ ਮੀਟਿੰਗ ਕਰਨੀ ਹੈ ਜੀ। ਪਹਿਲੀ ਗੱਲ, ਜੇ ਮੀਟਿੰਗ ਕਰਨੀ ਹੈ ਤਾਂ ਚੰਡੀਗੜ੍ਹ ਕੀਤੀ ਜਾ ਸਕਦੀ ਹੈ। ਬਿਲਕੁਲ। ਜਦੋਂ ਤੁਹਾਨੂੰ ਪਤਾ ਕਿ ਕਿਸਾਨਾਂ ਦਾ ਇਹ ਫੈਸਲਾ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਨਤਕ ਤੌਰ ਤੇ ਕੋਈ ਮੀਟਿੰਗ ਨਹੀਂ ਕਰਨ ਦੇਣੀ, ਤੁਸੀਂ ਜਾਣ ਬੁੱਝ ਕੇ ਜਿਹੜੀ ਉਹ ਪੰਜਾਬੀ 'ਚ ਕਹਿੰਦੇ ਨੇ ਆਪਾਂ ਥੋਰ ਨਾਲ ਪੰਗੇ ਮਾਰਦੇ ਹੋ, ਤੁਸੀਂ ਥੋਰ ਨਾਲ ਪੰਗੇ ਲੈਣ ਵਾਲੀ ਗੱਲ ਹੈ। ਤੁਸੀਂ ਜਾ ਕੇ ਉਹਨਾਂ ਨੂੰ ਉਤੇਜਿਤ ਕਰਦੇ ਹੋ, ਉਤੇਜਿਤ ਕਰਕੇ ਤੁਸੀਂ ਉਹਨਾਂ ਨੂੰ ਭੜਕਾਉਣੇ ਹੋ ਕਿ ਭਾਈ ਸਾਡੇ ਤੇ ਜੋ ਮਰਜ਼ੀ ਕਰੋ। ਪਰ ਇੱਥੇ ਫੇਰ ਫਰਕ ਹੈ, ਉਹ 15-18 ਕਿਲੋਮੀਟਰ ਪਾਸੇ ਬੈਠੇ ਹੈ। ਹਾਂ ਬਿਲਕੁਲ ਜੀ। ਹਾਲੇ ਤੱਕ ਤਾਂ ਤੁਰੇ ਹੀ ਨਹੀਂ ਉੱਥੋਂ। ਕੁਛ ਗੱਡੀਆਂ ਕੋਲ ਦੀ ਟੱਪੀਆਂ, ਉਹ ਕਾਲੇ ਝੰਡੇ ਦਿਖਾਉਂਦੇ। ਕਾਲੇ ਝੰਡੇ ਦਿਖਾਉਣ ਦਾ, ਪ੍ਰੋਟੈਸਟ ਕਰਨ ਦਾ ਜਿਹੜਾ ਰਾਈਟ ਹੈ ਤੁਹਾਨੂੰ ਤੁਹਾਡੇ ਕੰਸਟੀਟਿਊਸ਼ਨ ਨੇ ਦਿੱਤਾ ਹੈ, ਤੇ ਕੰਸਟੀਟਿਊਸ਼ਨ ਕੋਈ ਆਸਾਨੀ ਨਾਲ ਨਹੀਂ ਬਣ ਗਿਆ। ਕੰਸਟੀਟਿਊਸ਼ਨ ਬਣਾਉਣ ਵਾਸਤੇ ਇਹ ਕੰਸਟੀਟਿਊਸ਼ਨ ਦੀਆਂ ਨਿਯਮਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਹੱਡੀਆਂ ਪਈਆਂ ਤੇ ਲਹੂ ਪਿਆ ਵਾ, ਉਹਨਾਂ ਦੀ ਮਿੰਜ ਪਈ ਵੀ ਹੈ। ਜੇ ਆਪਾਂ ਦੇਖੀਏ ਜਿਹੜੀ ਜੰਗੇ ਆਜ਼ਾਦੀ ਦਾ ਇਤਿਹਾਸ ਆ, ਕੁਛ ਲੋਕ ਸਾਡੇ ਸਾਹਮਣੇ ਆ ਜਾਂਦੇ ਕਿ ਇਹਨਾਂ ਲੋਕਾਂ ਨੇ ਜੀ ਜੰਗੇ ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਜੀ। ਕਿੰਨੇ ਸਾਰੇ ਜਿਹੜੇ ਹੈਗੇ ਅਣਗੌਲੇ ਲੋਕ ਆ ਜਿਹਨਾਂ ਦਾ ਪਤਾ ਹੀ ਨਹੀਂਗਾ। ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੇ ਹੈਗੇ ਕਿੰਨੇ ਲੋਕ ਮਾਰੇ ਗਏ। ਤੁਸੀਂ ਬਾਕੀ ਗੱਲ ਛੱਡੋ, ਸ਼ਨੀਵਾਰ ਦੀ ਸ਼ਾਮ ਨੂੰ ਜਦੋਂ ਇਹ ਸਾਰਾ ਕੁਛ ਹੋਇਆ, ਸਾਡੇ ਪ੍ਰਧਾਨ ਮੰਤਰੀ ਸਾਹਿਬ ਜਲਿਆਂਵਾਲਾ ਬਾਗ ਜਿਹੜਾ ਹੈਗਾ, ਕਹਿੰਦੇ ਜੀ ਅਸੀਂ ਸਮਰਪਿਤ ਕਰਦੇ ਹਾਂ, ਦੇਸ਼ ਦੇ ਹਵਾਲੇ ਕਰਦੇ ਹਾਂ। ਮੁੜ ਕੇ ਜਦੋਂ ਗੱਲ ਕਰ ਰਹੇ ਸੀ, ਜਲਿਆਂਵਾਲੇ ਬਾਗ ਦੇ ਵਿੱਚ ਕਿੰਨੇ ਲੋਕ ਮਰੇ ਆ, ਬਸ ਅੰਦਾਜ਼ਾ ਹੈ ਕਿ ਕਰੀਬ 1500 ਲੋਕ ਮਰੇ ਆ। ਕੌਣ ਲੋਕ ਹੈ ਅਜੇ ਤੱਕ ਤਾਂ ਫਾਈਨਲ ਲਿਸਟ ਹੀ ਨਹੀਂ ਬਣੀ। ਹੁਣ ਇਹ ਜਿਹੜੀ ਜੰਗੇ ਆਜ਼ਾਦੀ ਦੀ ਲੜਾਈ ਹੈ, ਇਹਦੇ ਵਿੱਚ ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਕਿਸੇ ਨੂੰ ਕੋਈ ਪਤਾ ਹੀ ਨਹੀਂ। ਜੰਗੇ ਆਜ਼ਾਦੀ ਦੀ ਲੜਾਈ ਜਿੱਤਣ ਤੋਂ ਬਾਅਦ ਮੁਲਕ ਆਜ਼ਾਦ ਹੋ ਗਿਆ, ਫਿਰ ਕੰਸਟੀਟਿਊਸ਼ਨਲ ਅਸੈਂਬਲੀ ਬਣਦੀ ਹੈ, ਜਿਹਨੂੰ ਅਸੀਂ ਸੰਵਿਧਾਨ ਸਭਾ ਕਹਿ ਦਿੰਦੇ ਹਾਂ। ਸੰਵਿਧਾਨ ਸਭਾ ਦੇ ਵਿੱਚ ਬੜਾ ਰਿੜਕਿਆ, ਜਿਹੜੇ ਐਡੇ ਐਡੇ ਵਿਦਵਾਨ ਬੰਦੇ ਸੀ ਜਿਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿਧਾਨ ਪੜ੍ਹੇ। ਲੰਬਾ ਸਮਾਂ ਲੱਗਿਆ, ਫਿਰ ਉਹ ਵਿਧਾਨ ਜਿਹੜਾ ਹੈਗਾ ਪ੍ਰਵਾਨ ਹੁੰਦਾ, 1952 ਦੇ ਵਿੱਚ ਉਹ ਲਾਗੂ ਹੁੰਦਾ ਵਗੈਰਾ ਵਗੈਰਾ। ਉਹਦੇ 'ਚ ਸਾਨੂੰ ਇਹ ਰਾਈਟ ਦਿੱਤੇ ਵੀ ਹੈ। 5 ਸਾਲ ਲੱਗ ਗਏ 5 ਸਾਲ ਲੱਗ ਗਏ। ਜਿਹੜਾ ਰਾਈਟ ਜਿਹੜੇ ਹੈਗੇ ਸਾਨੂੰ ਉਸ ਕੰਸਟੀਟਿਊਸ਼ਨ ਨੇ ਦਿੱਤੇ, ਉਹ ਰਾਈਟ ਇੱਕ IPS ਅਫਸਰ ਨੇ ਆਪਣੀ ਜੇਬ 'ਚ ਕਿਵੇਂ ਲੈ ਲਈ? ਜੇਬ 'ਚ ਵੀ ਨਹੀਂ ਲਏ, ਜ਼ਬਾਨ ਤੇ IAS ਨੇ। ਇਹ ਤਾਂ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਕਿ ਇਹਦੀ ਲੱਤ ਵੱਢ ਦਿਓ, ਇਹਦੀ ਬਾਂਹ ਵੱਢ ਦਿਓ। ਮੇਰੇ ਹੁਣ ਯਾਦ ਆਉਂਦੀ ਹੈ ਗੱਲ, ਇੱਕ ਵਾਰੀ ਕਹਿੰਦੇ ਇੱਕ ਜ਼ਿਲ੍ਹੇ ਦਾ ਕੋਈ ਨਾਜ਼ਮ ਸੀ, ਉਹ ਨਾਜ਼ਮ ਦਾ ਮਤਲਬ ਹੁੰਦਾ ਸੀ ਵੀ DC ਵੀ ਉਹੀ, ਸਾਰਾ ਕੁਛ ਹੀ ਹੈ ਜੀ, ਸੈਸ਼ਨ ਜੱਜ ਵੀ ਉਹੀ, ਸਾਰਾ ਕੁਛ ਹੁੰਦਾ ਸੀ। ਉਹ ਨਾਜ਼ਮ ਨੇ ਕਹਿੰਦੇ ਕੋਈ ਗੁਸਤਾਖੀ ਕਰ ਲਈ, ਤੇ ਉਹ ਨਾਜ਼ਮ ਰਿਆਸਤ ਪਟਿਆਲਾ ਦਾ ਨਾਜ਼ਮ ਸੀ। ਭੁਪਿੰਦਰ ਸਿੰਘ ਹੁਣ ਵਾਲੇ ਮਹਾਰਾਜੇ ਦਾ, ਪੰਜਾਬ ਦੇ ਮੁੱਖ ਮੰਤਰੀ ਦਾ, ਮਹਾਰਾਜਾ ਤਾਂ ਨਹੀਂ ਮੈਂ ਕਹਿ ਰਿਹਾ, ਮੁੱਖ ਮੰਤਰੀ ਹੈ, ਪਰ ਕਿਉਂਕਿ ਸ਼ਬਦ ਮਹਾਰਾਜਾ ਆਉਂਦਾ, ਉਦੋਂ ਮਹਾਰਾਜਾ ਸੀ ਇਹਦਾ ਦਾਦਾ। ਤੇ ਭੁਪਿੰਦਰ ਸਿੰਘ ਨੇ ਜਿਹਨੂੰ ਜੋ ਬਰਖਾਸਤ ਕਰਤਾ ਵੀ ਉਹਨੂੰ ਲਾ ਦਿਓ ਨੌਕਰੀ ਤੋਂ, ਤੇ ਹੱਥ ਨੇ ਬੈਠ ਕੇ ਸ਼ਾਮ ਰੰਗੀਨ ਕਰਨ ਲੱਗੇ, ਅਹਿਲਕਾਰਾਂ ਦੇ ਨਾਲ ਬੈਠ ਕੇ ਆਪਦਾ ਦਾਰੂ ਸੁੱਕਾ ਪੀਣਾ। ਹੁਣ ਉੱਥੇ ਮੇਰੇ ਵਰਗੇ ਤਾਂ ਕੋਈ ਜਾ ਨਹੀਂ ਸਕਦੇ। ਚਲੋ ਜਦੋਂ ਕਰਦੇ ਕਰਾਉਂਦੇ ਕਹਿੰਦੇ ਯਾਰ ਉਹ ਠੀਕ ਆ, ਬੰਦਾ ਮਾੜਾ ਸੀ, ਉਹਨੂੰ ਕਰਤਾ, ਆਪਾਂ ਲਾਈਏ ਕਿਹਨੂੰ? ਅਹਿਲਕਾਰ ਦੇਖ ਲਓ ਜਨਾਬ, ਹਜੂਰ ਪਾਤਸ਼ਾਹ ਦੇਖ ਲਓ। ਹੁਣ ਉੱਥੇ ਰਾਏ ਤਾਂ ਕੋਈ ਦਿੰਦਾ ਨਹੀਂ, ਰਾਏ ਜੇ ਕੋਈ ਪੁੱਠੀ ਪੈਂਦੀ ਹੈ ਤੇ ਤੜਕੇ ਜੀ ਜਿਹੜਾ ਕੋਲੇ ਉਹ ਪਾਣੀ ਧਾਣੀ ਦਿੰਦਾ ਫਿਰਦਾ ਸੀ, ਗੰਢਾ ਟੋਟਾ ਫੜਾਉਂਦਾ ਜਾਂ ਮੀਟ ਮੂਟ ਬੰਦਾ ਫਿਰਦਾ, ਰਸੋਈਆ ਸੀ। ਰਸੋਈਏ ਨੂੰ ਉਰਦੂ 'ਚ ਖਾਨਸਾਮਾ ਕਹਿ ਦਿੰਦੇ। ਸਵੇਰੇ ਉੱਠਿਆ ਦਾਨੇ ਵਾਲੀ ਸਾਹਿਬ, ਉਹਨੇ ਜੋ ਜਾ ਕੇ ਚਾਹ ਪਾਣੀ ਪਿਆਈ, ਬ੍ਰੇਕਫਾਸਟ ਕਰਵਾਇਆ, ਤੇ ਪੂਰਾ ਬਾਗੋ ਬਾਗ ਹੋ ਗਏ ਮਹਾਰਾਜ ਸਾਹਿਬ। ਤੇ ਉਹਨੇ ਮੂੰਹ ਦੇ ਵਿੱਚ ਦੱਬ ਲੈ ਲਈ, ਦੱਬ ਹੁੰਦਾ ਘਾਹ ਲੈ ਲਿਆ, ਤੇ ਗਲ 'ਚ ਪਾ ਲਿਆ ਪਰਲੂ, ਤੇ ਆ ਕੇ ਖੜ ਗਿਆ। ਉਹਦਾ ਮਤਲਬ ਹੈ ਕਿ ਇਹ ਕੋਈ ਫਰਿਆਦ ਕਰਨਾ ਹੈ, ਫਰਿਆਦੀ ਹੈ। ਤੇ ਮਹਾਰਾਜਾ ਭੁਪਿੰਦਰ ਸਿੰਘ ਕਹਿੰਦੇ ਹਾਂਜੀ ਦੱਸੋ ਜੀ ਤੁਸੀਂ ਕਿਵੇਂ ਆਏ? ਫਰਿਆਦੀ ਸਾਹਿਬ ਤੂੰ ਤਾਂ ਮੇਰਾ ਭਾਈ ਖਾਨਸਾਮਾ ਹੈ। ਉਹਦਾ ਹਜੂਰ ਪਾਤਸ਼ਾਹ ਰਾਤ ਗੱਲ ਕਰਦੇ ਸੀ ਵੀ ਉਹ ਫਲਾਨਾ ਜਿਹੜਾ ਹੈਗਾ ਨਾਜ਼ਮ, ਉਹਨੂੰ ਡਿਸਮਿਸ ਕਰਤਾ, ਤੁਸੀਂ ਬਰਖਾਸਤਾ ਕਰਤਾ ਜੀ, ਤੇ ਲਾਉਣਾ ਕਿਹਨੂੰ ਹੈ? ਬੱਚਿਆਂ ਵਾਲਾ ਕਹਿੰਦਾ ਮੈਂ ਕਿੰਨੇ ਚਿਰ ਦੀ ਤੁਹਾਡੀ ਸੇਵਾ ਕਰਦਾ, ਮੈਨੂੰ ਹੀ ਕਦੇ ਨਾਜ਼ਮ ਲਾ ਦਿਓ। ਉੱਥੇ ਕਿਹੜਾ ਕੋਈ IAS ਪੜ੍ਹਾਈ ਵੇਖਣੀ ਸੀ। ਉਹ ਕਹਿੰਦੇ ਲੈ ਵੀ ਤੈਨੂੰ ਨਾਜ਼ਮ ਲਾਤਾ, ਕਰ ਦਿਓ ਵੀ ਹੁਕਮ, ਕਰਾ ਲਓ ਮੈਥੋਂ ਦੱਸ ਕੇ ਤੈਨੂੰ ਨਾਜ਼ਮ ਲਾਤਾ। ਜਦੋਂ ਨਾਜ਼ਮ ਨੂੰ ਆਸ ਵੀ ਨਾਜ਼ਮ ਸਾਹਿਬ ਨੇ ਹੁਣ ਜਾਣਾ, ਤੇ ਕਹਿੰਦੇ ਬੱਗੀ
ਤੇ ਚੜਾਓ ਜੀ ਨਾਜ਼ਮ ਨੂੰ, ਕਿਉਂਕਿ ਨਾਜ਼ਮ ਵੀ ਉਹ ਜਿਹੜਾ ਪਿਆਰਾ ਨਾਜ਼ਮ ਸੀਗਾ ਲੰਗਰ ਪਾਣੀ ਛਕਾਉਂਦਾ ਸੀ, ਵੀ 4 ਘੋੜਿਆਂ ਵਾਲੀ ਚਾਹੀਦੀ, 4 ਘੋੜਿਆਂ ਵਾਲੀ ਬੱਗੀ ਜਿਹੋ ਜੀ ਸੀ। ਤੇ ਜਿਹਨੇ ਜੋ ਬੱਗੀ ਤੇ ਚੜ੍ਹਨ ਲੱਗਿਆ ਨੇ ਗੋਡੀਆਂ ਹੱਥ ਲਾਏ ਵੀ ਮੈਂ ਪਰ ਹਜੂਰ ਮੈਨੂੰ ਦਿਓ ਆਸ਼ੀਰਵਾਦ, ਮੈਂ ਚੱਲਿਆ। ਤੇ ਹਜੂਰ ਪਾਤਸ਼ਾਹ ਫਿਰ ਕਹਿੰਦੇ ਵੀ ਤੂੰ ਇੱਕ ਗੱਲ ਸੁਣ, ਜੇ ਜ਼ਿੰਦਗੀ 'ਚ ਇੱਕ ਵਾਰੀ ਜਿਹੜਾ ਫੈਸਲਾ ਕਰ ਲੈਣਾ ਮੁੜ ਕੇ ਫੈਸਲਾ ਨਾ ਬਦਲੀ, ਉਹਦਾ ਠੀਕ ਹੈ, ਹਜੂਰ ਨਹੀਂ ਬਦਲਦਾ। ਆ ਗਿਆ ਜੀ ਰਾਤ ਨੂੰ ਡਾਕ ਬੰਗਲੇ ਦੇ ਵਿੱਚ ਸੁੱਤਾ, ਟਹਿਲ ਸੇਵਾ ਕੀਤੀ ਅਹਿਲਕਾਰਾਂ ਨੇ। ਤੜਕੇ ਕਹਿੰਦੇ ਵੀ ਹਾਂ ਆਪਣਾ ਕੀ ਕੰਮ ਹੈ? ਉਹ ਕਹਿੰਦੇ ਜੀ ਅੱਜ ਅਦਾਲਤ ਲੱਗਣੀ ਹੈ ਤੇ ਜਨਾਬ ਨੇ ਫੈਸਲੇ ਕਰਨੇ ਹੈ। ਚਲੋ ਜੀ ਕਹਿੰਦੇ ਲਾ ਕੇ ਜੀ ਬਹਿ ਗਿਆ ਅਦਾਲਤ 'ਚ, ਪਹਿਲਾਂ ਹੀ ਫੜ ਲੈਂਦੇ ਬੰਦਾ, ਕਹਿੰਦੇ ਜੀ ਆਹ ਬੰਦਾ, ਕਹਿੰਦਾ ਕੀ ਇਹਦਾ ਕਸੂਰ ਕੀ ਹੈ? ਇਹਨੇ ਜੀ ਕਹਿੰਦੇ ਚੋਰੀ ਕੀਤੀ ਹੈ, ਚੋਰ ਆ, ਕਹਿੰਦਾ ਇਹਦੀਆਂ ਦੋਨੇ ਬਾਹਾਂ ਵੱਢ ਦਿਓ। ਉਹ ਨਾਲ ਜਿਹੜਾ ਅਸੈਸਰ ਬੈਠਾ ਸੀ ਉਹ ਕਹਿੰਦਾ ਜੀ ਇਸ ਸਟੇਟ ਦੇ ਵਿੱਚ ਅੰਗ ਵੱਢਣਾ ਪਾਪ ਹੈ, ਆਪਣੀ ਸਟੇਟ ਦੇ ਵਿੱਚ ਆਪਣੀ ਰਿਆਸਤ ਦੇ ਵਿੱਚ ਅੰਗ ਨਹੀਂ ਵੱਢੇ ਜਾਂਦੇ, ਤੁਸੀਂ ਫੈਸਲਾ ਗਲਤ ਕਰ ਲਿਆ। ਫਿਰ ਉਹਨੇ ਕਿਹਾ ਵੀ ਫੈਸਲਾ ਗਲਤ ਕਰ ਲਿਆ ਤੇ ਹੁਣ ਇਹਨੂੰ ਬਦਲੀਏ। ਪਰ ਨਾਲ ਦੀ ਨਾਲ ਉਹਦੇ ਦਿਮਾਗ ਦੇ ਵਿੱਚ ਬੱਜੀ, ਰਾਜਾ ਸਾਹਿਬ ਨੇ ਆਖਿਆ, ਰਾਜਾ ਸਾਹਿਬ ਨੇ ਕਿਹਾ ਸੀ ਵੀ ਫੈਸਲਾ ਜਿਹੜਾ ਕਰ ਲਿਆ ਉਹ ਬਦਲੀ ਨਾ। ਉਹਦਾ ਜੀ ਨਹੀਂ ਬਦਲਦੇ ਨਹੀਂ ਆਪਾਂ, ਵੱਢਦਾ ਜੀ ਅੰਗ ਵੱਢਣ ਤੋਂ ਬਾਅਦ ਅੱਜ ਤੱਕ ਕਹਿੰਦੇ ਜੀ ਉਸ ਇਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਚੋਰੀਆਂ ਦੇ ਕੇਸ ਜਿਹੜੇ ਘੱਟ ਹੁੰਦੇ। ਸੋ ਮੇਰੇ ਖਿਆਲ ਮੁਤਾਬਕ ਜਿਹੜੇ ਆਯੂਸ਼ ਸਿਨਹਾ ਸਾਹਿਬ, ਇਹ ਤਾਂ ਭੁਪਿੰਦਰ ਸਿੰਘ ਦੀ ਰੂਹ ਆ ਗਈ ਲੱਗਦੀ ਹੈ ਇਹਨਾਂ 'ਚ। ਭੁਪਿੰਦਰ ਸਿੰਘ ਨੇ ਤਾਂ ਫਿਰ ਵੀ ਮਾੜਾ ਮੋਟਾ ਕਿਹਾ ਸੀ ਕਿ ਭਾਈ ਤੂੰ ਬਦਲੀ ਨਾ ਦੇ, ਉਹਦੇ ਵਾਲੀ ਗੱਲ ਆ ਗਈ ਤਾਂ ਜਨਰਲ ਡਾਇਰ ਤੋਂ ਵੀ ਟੱਪ ਗਿਆ। ਹੁਣ ਜਿਹੜਾ ਕੁਛ ਇਹਨੇ ਕੀਤਾ ਬਹੁਤ ਮਾੜਾ ਕੀਤਾ, ਇਸ ਕਰਕੇ ਕਿਸਾਨ ਇਹਨੂੰ ਬਰਦਾਸ਼ਤ ਕਰਨ ਤੱਕ ਕਿਵੇਂ ਕਰ ਉਦੋਂ ਤੇ ਥਾਣੇਦਾਰ ਨੇ ਚੰਦ ਚੜਾਤੇ। ਚਲੋ ਥਾਣੇਦਾਰ ਦਾ ਤਾਂ ਅੱਜ ਹੋਰ ਵੀ ਆ ਗਿਆ। ਥਾਣੇਦਾਰ ਦਾ ਤਾਂ ਇੱਕ ਮੈਨੂੰ ਅੱਜ ਸਵੇਰੇ ਬੈਲਜੀਅਮ 'ਚੋਂ ਫੋਨ ਆਇਆ ਇੱਕ ਬੰਦੇ ਦਾ, ਉਹਨੇ ਮੈਨੂੰ ਦੱਸਿਆ ਜੀ ਹੈ ਸਾਡੇ ਪਿੰਡ ਦਾ ਮੁੰਡਾ, ਮਾਈਗ੍ਰੇਟ ਹੋ ਕੇ ਆਏ ਸੀ ਪਾਕਿਸਤਾਨ ਦੇ ਵਿੱਚੋਂ। ਬੰਦੇ ਦਾ ਜਿਹੜਾ ਮੈਨੂੰ ਫੋਨ ਆਇਆ ਸੀ ਉਹ ਵੀ ਫੌਜੀ ਪਿਛੋਕੜ ਵਾਲਾ ਬੰਦਾ ਸੀ। ਉਹ ਕਹਿੰਦਾ ਵੀ ਜ਼ਮੀਨ ਜਾਇਦਾਦ ਬਹੁਤ ਹੈ ਇਹਨਾਂ ਕੋਲ, ਪਰ ਉਹਨੇ ਕਿਹਾ ਕਿ ਮੇਰੀ ਦਾਦੀ ਦੱਸਦੀ ਹੁੰਦੀ ਸੀ ਵੀ ਇਹਨਾਂ ਕੋਲੇ ਜ਼ਮੀਨ ਵੱਧ ਕਿਵੇਂ ਹੈ ਤੇ ਆਪਣੇ ਕੋਲੇ ਘੱਟ ਕਿਵੇਂ ਰਹੇਗੀ। ਅਸੀਂ ਕਹਿੰਦੇ ਉਦੋਂ ਜਿਹੜੀਆਂ ਮੋਟੀ ਜ਼ਮੀਨ ਹੁੰਦੀ ਹੈ, ਜਿਹੜੀ ਉਪਜਾਊ ਜ਼ਿਆਦਾ ਭਾਰੀ ਜ਼ਮੀਨ, ਉਹ ਖਰੀਦ ਲੈਂਦੇ ਜੀ। ਉਦੋਂ 5000 ਨੂੰ ਕਿੱਲਾ ਮਿਲਦੀ ਸੀ ਤੇ ਇਹਦੇ ਜਿਹੜੇ ਆਪਣਾ ਦਾਦੇ ਪੜਦਾਦੇ ਸੀ ਉਹ 500 ਵਾਲੀ ਲੈਂਦੇ ਹੁੰਦੇ ਸੀ ਵੀ ਮਾੜੀ ਲੈ ਲਓ, ਵੱਧ ਲੈ ਲਓ, ਬਾਅਦ 'ਚ ਆਪਾਂ ਇਹਨੂੰ ਮਤਲਬ ਜਿਹੜਾ ਹੈਗਾ ਆਬਾਦ ਕਰ ਲਾਂਗੇ। ਉਹ ਆਬਾਦ ਕਰ ਲੈਂਦੇ ਸੀ। ਇਸ ਕਰਕੇ ਕਹਿੰਦੇ, ਪਰ ਅਗਲੀ ਗੱਲ ਉਹਨੇ ਦੱਸੀ, ਉਹ ਕਹਿੰਦਾ ਵੀ ਇਹਨਾਂ ਦੀ ਇੱਕ ਟਰਾਲੀ ਹਲੇ ਉੱਥੇ ਖੜੀ ਹੈ, ਇਹ ਸਿੰਘੂ ਬਾਰਡਰ 'ਚ ਵੀ ਜਾਂਦੇ। ਕੱਲ੍ਹ ਆਪਾਂ ਵੀ ਗੱਲ ਕਹਿ ਗਏ ਸੀ ਥੋੜ੍ਹੀ ਜਿਹੀ ਗੱਲ, ਸਿੰਘੂ ਕੋ ਟਿੱਕਰੀ ਬਾਰਡਰ 'ਤੇ ਇਹਨਾਂ ਦੀ ਟਰਾਲੀ ਖੜੀ ਹੈ, ਉਹਦੇ ਵਿੱਚ ਭਾਗ ਵੀ ਲੈਂਦੇ। ਇਹ ਅਸਲ ਦੇ ਵਿੱਚ ਜਨਹਿਤ ਜਨਤਾ ਪਾਰਟੀ ਨਾਲ ਨਹੀਂ ਜੁੜੇ ਹੋਏ। ਇਹਦਾ ਪਰਿਵਾਰ ਜਿਹੜਾ ਹੈਗਾ ਉਹ ਅਬੇ ਨਾਲ ਜੁੜਿਆ ਹੋਇਆ, ਅਬੇ ਦੇ ਨਾਲ ਜੁੜਿਆ ਹੋਇਆ। ਅੱਜ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਉਹ ਪ੍ਰੈਸ ਕਾਨਫਰੰਸ ਵੀ ਕਰੀ ਜਾਂਦੇ ਸੀ। ਪ੍ਰੈਸ ਕਾਨਫਰੰਸ ਦੇ ਵਿੱਚ ਤਸਵੀਰਾਂ ਵੀ ਦਿਖਾ ਰਹੇ ਸੀ ਜੀ, ਫਲਾਣੇ ਵੇਲੇ ਆਹ ਕੁਛ ਹੋਇਆ। ਇਹ ਕਹਿੰਦੇ ਜਿਹੜਾ ਕਿਸਾਨ ਲੀਡਰ 32 ਜਥੇਬੰਦੀਆਂ ਜਿਹੜੀਆਂ ਬਣੀਆਂ, ਸਰਦਾਰ ਹੋਣ ਕਰਕੇ, ਸਿੱਖ ਹੋਣ ਕਰਕੇ ਇਹਦੀ ਡਿਊਟੀ ਵੀ ਉੱਥੇ ਲੱਗੀ ਹੋਈ ਸੀ। ਉਦੋਂ ਕਹਿੰਦੇ ਵੀ ਇਹਨੇ ਇੱਕ ਜਿਹੜਾ WhatsApp ਗਰੁੱਪ ਬਣਾਇਆ ਸੀ, ਉਹਨਾਂ ਦੇ ਬੱਤੀਆਂ ਦੇ ਨਾਂ ਪਾਏ ਸੀ, ਸਨੇਹੇ ਬਾੜੀ ਲੈਣ ਦੇਣ ਸਾਰਾ ਕੁਝ। CID ਕਰਦਾ ਸੀ ਉੱਥੇ? ਨਹੀਂ, CID ਨਹੀਂ, ਮਤਲਬ ਇਹਨੂੰ ਨਾਲ ਜਿਵੇਂ ਕੋਆਰਡੀਨੇਟਰ ਲਾਇਆ ਹੁੰਦਾ ਵੀ ਤੂੰ ਇਹਨਾਂ ਨਾਲ ਤਾਲਮੇਲ ਕਰਨਾ। ਜੇ ਇਹਨਾਂ ਨੂੰ ਕੀ ਤਾਂ ਉਹ, ਜੇ ਉਹਨਾਂ ਨੇ ਕੋਈ ਮਤਲਬ ਕਿਸੇ ਕਿਸਮ ਦੀ ਤਕਲੀਫ ਹੁੰਦੀ ਹੈ, ਟੋਇਲਟ ਦੀ ਲੋੜ ਹੈ, ਕੋਈ ਇਸ ਕਿਸਮ ਦੀ, ਉਹ ਸਾਰਾ ਕੁਛ ਉਹ ਕਰਦਾ ਹੁੰਦਾ ਸੀ। ਅੱਜ ਉਹਨਾਂ ਨੇ ਦੂਜਾ ਪੱਖ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਨਾਲ ਮੈਨੂੰ ਜਿਹੜੇ ਸੱਜਣ ਦਾ ਫੋਨ ਬੈਲਜੀਅਮ 'ਚੋਂ ਆਇਆ ਸੀ, ਉਹ ਕਹਿੰਦਾ ਜੀ ਇਹ ਗੱਲ ਠੀਕ ਹੈ ਇਸ ਗੱਲ ਦੀ ਕਿ ਉਹ ਭਾਵੇਂ ਪਰਿਵਾਰ ਉਹਦਾ ਠੀਕ ਹੈ, ਉਹ ਅੰਦੋਲਨ 'ਚ ਭਾਗ ਲੈਂਦੇ, ਲੇਕਿਨ ਉਹਨੂੰ ਸਾਹਮਣੇ ਨਹੀਂ ਹੋਣਾ ਚਾਹੀਦਾ ਸੀ। ਸਾਹਮਣੇ ਆ ਕੇ ਡਾਂਗਾ ਮਾਰਨ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਸੀ ਚਾਹੀਦੀ। ਪਰ ਉਹ ਕਈ ਵਾਰੀ ਆਪਣਾ ਸੋਸ਼ਲ ਮੀਡੀਆ ਤੇ ਆਰਤੀ ਵਾਲੇ ਚੱਕਦੇ ਨੇ ਜੀ, ਇਹਨਾਂ ਨੇ ਤਾਂ ਠੱਗੀਆਂ ਮਾਰ ਲਈਆਂ ਜੀ, ਚੋਰੀਆਂ ਮਾਰ ਲਈਆਂ, ਕਈ ਵਾਰੀ ਕਹਿੰਦਾ ਕੋਈ ਫੀਮ ਵੀ ਵੇਚ ਲਈ, ਗੱਲ ਆਈ ਰਹੀ ਹੈ। ਇਹੋ ਜਿਹੀਆਂ ਗੱਲਾਂ ਆਈਆਂ ਸੀ। ਇਹ ਗੱਲ ਤਾਂ ਚਲੋ ਖੈਰ ਉਹ ਕੁਛ ਹੋਇਆ, ਹੁਣ ਉਹਨੇ ਕਰ ਲਿਆ ਸਾਰਾ ਕੁਛ। ਇਹ ਤੋਂ ਬਾਅਦ ਫਿਰ ਜਿਹੜੀ ਜੀ ਕੱਲ੍ਹ ਕਿਸਾਨਾਂ ਦੀ ਮਹਾਂ ਪੰਚਾਇਤ ਜੁੜ ਗਈ। ਰੋਹ ਦਾ ਤੁਸੀਂ ਦੇਖੋ ਸਿਲਸਿਲਾ ਕਿ ਮਹਾਂ ਪੰਚਾਇਤ ਦੇ ਵਿੱਚ ਹਜ਼ਾਰਾਂ ਲੋਕ ਆਏ। ਕਰਨਾਲ ਦੇ ਕੋਲ ਹੀ ਜੁੜੀ ਹੈ ਮੰਡੀ 'ਚ, ਉਹਦੇ ਵਿੱਚ ਉਹਨਾਂ ਨੇ ਆ ਕੇ ਜੋ ਸਾਰਾ ਕੁਛ ਕਰ ਲਿਆ। ਇੱਕ ਤਾਂ ਗੁਰਨਾਮ ਸਿੰਘ ਚੜੂਨੀ ਨੇ ਕਹਿ ਲਿਆ ਜੀ, ਕਹਿੰਦਾ ਮਾਰ ਬਹੁਤ ਖਾ ਲਈ, ਹੁਣ ਅਸੀਂ ਵਾਰ-ਵਾਰ ਮਾਰ ਨਹੀਂ ਖਾਣੀ। ਇਹਦੇ ਬਾਰੇ ਕਹਿੰਦਾ ਮੈਂ ਆਪਣਾ ਸੰਯੁਕਤ ਕਿਸਾਨ ਮੋਰਚਾ ਉੱਥੇ ਆਪਣਾ ਪੱਖ ਰੱਖੂੰਗਾ, ਫਿਰ ਸਾਨੂੰ ਵੀ ਉਹੋ ਜਿਹਾ ਤਰੀਕਾ ਘਰ ਆਉਣਾ ਚਾਹੀਦਾ। ਮੇਰਾ ਖਿਆਲ ਹੈ ਚੜੂਨੀ ਸਾਹਿਬ ਨੂੰ ਪ੍ਰਵੋਕ ਨਹੀਂ ਹੋਣਾ ਚਾਹੀਦਾ ਸੀ। ਇਹ ਪ੍ਰਵੋਕ ਉਹਨਾਂ ਨੂੰ ਕਰਨਾ ਚਾਹੁੰਦੇ, ਆਹੀ ਤਾਂ ਗੱਲ ਚਾਹੁੰਦੇ ਸੀ। ਉਹ ਚਾਹੁੰਦੇ ਆ ਕਿ ਕਿਸਾਨ ਵੀ ਸਾਹਮਣੇ ਇੱਟਾਂ ਬੱਟੇ ਮਾਰ। ਹੁਣ ਇਹ ਤਾਂ ਕਹਿੰਦੇ ਜੀ ਕਿਸਾਨਾਂ ਨੇ ਕਿ ਬੱਟੇ ਮਾਰੇ, ਕਿਸਾਨਾਂ ਨੇ ਪੱਥਰ ਮਾਰੇ, ਦਾਨੇ ਵਾਲੀਆ ਸਭ, ਬਾਕੀ ਤਾਂ ਲਹੂ ਲੁਹਾਨ ਹੋਏ ਸਰਦਾਰ ਸਾਰੇ ਆਉਂਦੇ ਹੈ। ਲੋਕਾਂ ਨੇ ਤਾਂ ਤੁਸੀਂ ਦੇਖੋ ਜੀ, ਅੱਜ ਇੱਕ ਜਿਹੜਾ ਹੈਗਾ ਬਹੁਤ ਵੱਡਾ ਫਿਲਮੀ ਕਲਾਕਾਰ ਹੈ, ਕੋਈ ਡਾਇਰੈਕਟਰ ਮੈਂ ਪਤਾ ਨਹੀਂ ਉਹਦਾ ਨਾਂ ਕੀ ਆ ਰਿਹਾ ਵਿਚਾਰੇ ਦਾ, ਕਹਿੰਦੇ ਵੀ ਉਹ ਕਿਸਾਨ ਦਾ ਜਿਹੜਾ ਹੈਗਾ ਲੋਕ ਪੱਖੀ ਹੈ ਥੋੜਾ ਜਿਹਾ। ਉਹਨੇ ਜਿਹੜਾ ਹੈਗਾ ਆਪਣੀ ਜਿਹੜੀ ਉਹਦੀ ਆਪਣੀ ਉਹ ਲਾਉਣੇ ਹੁੰਦੇ ਆਪਾਂ ਫੋਟੋ, ਕੀ ਕਹਿੰਦੇ ਹੁੰਦੇ ਉਹਨੂੰ WhatsApp ਦੇ ਆਪਣਾ DP, ਉਹਨੇ ਜਿਹੜੀ DP ਲਾਈ ਹੈ, ਜਿਹੜਾ ਕਿਸਾਨ ਪੂਰੀ ਤਰ੍ਹਾਂ ਲਹੂ ਲੁਹਾਨ ਹੈ, ਉਹ DP ਲਾਈ ਵੀ ਉਹਨੇ ਲਾ ਕੇ ਤੇ ਉਹ ਸਾਰਾ ਕੁਛ ਕੀਤਾ ਕਰਾਇਆ। ਮਤਲਬ ਉਹਦਾ ਜਿਵੇਂ ਉਹ ਪ੍ਰਵੋਕ ਕਰਦੇ। ਪਰ ਮੈਨੂੰ ਹੁਣ ਇਹ ਦੱਸੋ ਕਿ ਬਾਕੀ ਤਾਂ ਸਾਰਾ ਕੁਛ ਆਈ ਜਾਂਦਾ, ਜਿਹੜੇ ਕੁੱਟੇ ਕਿਸਾਨ ਕੁੱਟੇ, ਕਿਤੇ ਕੋਈ ਡਲਾ ਮਾਰਦੇ ਦੀ ਫੋਟੋ ਆਈ ਦੇਖੀ?
ਕਿਤੇ ਹੀ ਨਹੀਂ ਹੈਗੀ। ਜੇ ਪੁਲਿਸ ਕੋਲੇ ਹੁੰਦੀ ਤੇ ਬਾਕੀ ਸਾਰਾ ਫੇਰ ਕਿਤੇ ਵੀ ਹੋ ਸਕਦਾ ਵੀ ਨਾ ਲਾਉਂਦੇ, ਗੋਦੀ ਮੀਡੀਆ ਨੇ ਤਾਂ ਚਲਾ ਦੇਣਾ ਸੀ ਕੰਮ, ਉਹਨੂੰ ਕਰ ਦਿੰਦੇ, ਵੱਟ ਕਰ ਦਿੰਦੇ। ਇਸ ਕਰਕੇ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਉੱਥੇ ਫੈਸਲੇ ਹੋਏ ਜੀ, ਫੈਸਲੇ ਬੜੇ ਜ਼ਬਰਦਸਤ ਹੋਏ। ਅਲਟੀਮੇਟਮ ਦਿੱਤਾ ਉਹਨਾਂ ਨੇ 6 ਤਾਰੀਖ ਦਾ, 6 ਸਤੰਬਰ ਦਾ। 6 ਦਾ ਕਿਉਂ ਦਿੱਤਾ? ਕਿਉਂਕਿ 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਇੱਕ ਵੱਡੀ ਜਿਹੜੀ ਹੈਗੀ ਕਿਸਾਨ ਪੰਚਾਇਤ ਹੋ ਰਹੀ ਹੈ, ਔਰ ਉਹ ਕਿਸਾਨ ਪੰਚਾਇਤ ਜਿਹੜੀ ਹੈਗੀ ਹੈ ਕਿਸਾਨ ਅੰਦੋਲਨ ਦਾ ਮੀਲ ਦਾ ਪੱਥਰ ਹੋਊਗਾ ਜੀ। ਜੇ ਉਹਦੇ ਵਿੱਚ ਇੱਕ ਇਕੱਠ ਹੁੰਦਾ ਜਿਵੇਂ ਉਹਨਾਂ ਦੀ ਉਮੀਦ ਹੈ, ਤੇ ਜਿਵੇਂ ਉਹਨਾਂ ਇਕੱਠਾਂ ਨੂੰ ਰੋਕਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ, ਫਿਰ ਤੁਸੀਂ ਇਹ ਦੇਖੋ ਵੀ ਫਿਰ ਕਿਸਾਨ ਜਿੱਤਣਗੇ। ਕਿਉਂਕਿ 103 ਵਿਧਾਨ ਸਭਾ ਹਲਕੇ ਪੈਂਦੇ ਜੀ ਉਸ ਬੈਲਟ 'ਚ। 103 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਦੋਂ ਬੀਜੇਪੀ ਦੇ ਪੈਰ ਉਖੜਦੇ ਦਿਸੇ ਨਾ, ਨਰਿੰਦਰ ਮੋਦੀ ਸਾਹਿਬ ਹੋਰਾਂ ਨੂੰ ਦਿਨੇ ਤਾਰੇ ਦਿਸਣਗੇ। ਉਹ ਕਹਿਣਗੇ ਕਿ ਉਹਨਾਂ ਨੇ ਇਹ ਰੱਖਿਆ ਵੀ ਇਹਨੂੰ ਵਿਗੜ ਨਾ ਪਵੇ। ਤੇ ਹਰਿਆਣੇ ਦੇ ਵਿੱਚੋਂ ਜਿਹੜੀ ਉਹਦੇ 'ਚ ਮਤਲਬ ਜਿਹੜਾ ਹੈਗਾ ਇਸ ਲਾਠੀਚਾਰਜ ਦਾ ਪ੍ਰਤੀਕਰਮ ਇੰਨਾ ਜ਼ਿਆਦਾ ਹੋਇਆ ਕਿ ਲੋਕ ਕਹਿੰਦੇ ਸੀ ਡਟ ਕੇ ਜਾਵਾਂਗੇ। 5 ਦਾ ਹੈਗਾ, 1 ਦਿਨ ਦੇ ਵਿੱਚ ਮੁੜ ਆਉਣਗੇ 6 ਨੂੰ ਆ ਜਾਣਗੇ। 6 ਤੱਕ ਦੇ ਤਾਂ ਉਹਨੇ ਅਲਟੀਮੇਟਮ 7 ਨੂੰ ਕਹਿੰਦੇ, ਫਿਰ ਉਹ ਕਹਿੰਦੇ 7 ਨੂੰ ਫਿਰ ਜਿਹੜਾ ਹੈਗਾ ਕਰਨਾਲ ਦਾ ਜਿਹੜਾ CM ਸਿਟੀ ਦਾ ਜਿਹੜਾ ਸੈਕਟਰੀਏਟ ਆ, ਫਿਰ ਇਹਨੂੰ ਫਿਰ ਚੁਫੇਰਿਓਂ ਘੇਰਾਂਗੇ ਪੂਰੀ ਤਰ੍ਹਾਂ। ਕਹਿੰਦੇ ਸੀ ਸ਼ਾਸਨ ਪ੍ਰਸ਼ਾਸਨ ਸਾਰਾ ਬੰਦ ਕਰਕੇ ਰੱਖ ਦਿਆਂਗੇ। ਇੱਕ ਵੱਡਾ ਫੈਸਲਾ ਹੈ। ਡਿਮਾਂਡਸ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਬੜੀਆਂ ਜੈਨੂਇਨ। ਨੰਬਰ 1 ਤੇ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ SDM ਇਹਨੂੰ ਬਰਖਾਸਤ ਕਰੋ ਨੌਕਰੀ ਤੋਂ। ਇਸ ਬੰਦੇ ਨੇ ਗੈਰ ਕਾਨੂੰਨੀ ਹੁਕਮ ਦੇ ਕੇ ਸਾਡੇ ਬੰਦਿਆਂ ਦੇ ਸੱਟਾਂ ਮਰਵਾਈਆਂ ਤੇ ਇੱਕ ਕਿਸਾਨ ਜਿਹੜਾ ਉਹਦੀ ਮੌਤ ਹੋਈ ਹੈ। ਇਸ ਲਈ ਇਹਦੇ ਖਿਲਾਫ ਕਤਲ ਦਾ ਪਰਚਾ 302 ਦੇ ਤਹਿਤ ਦਰਜ ਕੀਤਾ ਜਾਵੇ। ਅਗਲੀ ਗੱਲ, ਪੀੜਤ ਪਰਿਵਾਰ ਹੈ ਜਿਹੜਾ ਮ੍ਰਿਤਕ ਕਿਸਾਨ ਆ, ਉਹਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਪਰਿਵਾਰ ਦੇ ਬੇਟੇ ਨੂੰ ਜਿਹੜੀ ਹੈਗੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ। ਜਿਹੜੇ ਸੱਜਣ ਜ਼ਖਮੀ ਹੋਏ ਹੈ ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਔਰ ਮਨੋਹਰ ਲਾਲ ਖੱਟਰ ਜਨਤਕ ਤੌਰ ਤੇ ਮਾਫੀ ਮੰਗੇ, ਕਿਉਂਕਿ ਮਨੋਹਰ ਲਾਲ ਖੱਟਰ ਦੀ ਹਦਾਇਤ ਤੋਂ ਬਗੈਰ ਉਹਦੇ ਹਲਕੇ ਦੇ ਵਿੱਚ ਲੱਗਿਆ ਹੋਇਆ SDM ਮੁੱਖ ਮੰਤਰੀ ਬਹੁਤ ਵੱਡੀ ਚੀਜ਼ ਹੈ। ਜਦੋਂ ਮੁੱਖ ਮੰਤਰੀ ਸਾਹ ਲੈ ਕੇ ਅਵਾਰਡ ਲੈਂਦਾ, ਜਦੋਂ ਉਹ ਤਬਾਹੀ ਹੁੰਦੀ ਹੈ, ਉਹ ਜਿਹੜੀ ਅਵਾਰਡ ਆ ਰਹੀ ਉਹਨੇ, ਕਿਉਂਕਿ ਉਹਨੇ ਕਿਹਾ ਵੀ ਇਹਨਾਂ ਤੋਂ ਬਦਲਾ ਲਓ। ਅਸਲ ਦੇ ਵਿੱਚ ਜਿਹੜੀਆਂ ਹੁਣ ਗੱਲਾਂ ਆ ਰਹੀਆਂ ਕਿ ਸੈਂਟਰ ਵਾਲੇ ਵੀ ਦੁਖੀ ਸੀ ਇਹਦੇ ਤੇ, ਮਨੋਹਰ ਲਾਲ ਖੱਟਰ ਤੇ। ਇਹ ਸਖਤੀ ਨਹੀਂ ਕਰਦਾ, ਨਾ ਤਾਂ ਉਹਨੂੰ ਭਾਸ਼ਣ ਕਰਨਾ ਆਉਂਦਾ, ਉਹ ਗੱਲਾਂ ਬਾਤਾਂ ਜਿਹੀਆਂ ਕਰਦਾ, ਕਿਉਂਕਿ ਲੀਡਰ ਤਾਂ ਹੈ ਨਹੀਂ। ਇਹ ਤਾਂ RSS ਦਾ ਪ੍ਰਚਾਰਕ ਪ੍ਰਚਾਰਕ ਸੀ, RSS ਦਾ ਪ੍ਰਚਾਰਕ ਸੀ। ਪ੍ਰਚਾਰਕ ਤੋਂ ਲੈ ਕੇ ਇਹਨੂੰ ਹਾਤਾ। ਹੁਣ ਜਿਹੜਾ ਉੱਥੇ ਲੀਡਰ ਹੈ, ਲੀਡਰ ਤਾਂ ਉਹ ਜਿਹੜਾ ਹੈਗਾ ਅਨਿਲ ਵਿਜ, ਉਹ ਕਹਿੰਦਾ ਲੀਡਰ ਤਾਂ ਮੈਂ ਹੈ। ਅਨਿਲ ਵਿਜ ਜਿਹੜਾ ਪੈਰ ਮਿੱਧਦਾ ਫਿਰਦਾ ਕਿ ਛੇਤੀ ਕੁਰਸੀ ਖਾਲੀ ਕਰ, ਮੈਂ ਕਰਨੀ। ਤੇ ਉਹਨੂੰ ਕਹਿੰਦੇ ਹਾਈ ਕਮਾਂਡ ਵਾਲੇ ਨੇ ਕਹਿੰਦੇ ਭਾਈ ਤੈਨੂੰ ਕੁਰਸੀ ਖਾਲੀ ਕਰਨੀ ਪੈਣੀ ਹੈ। ਸ਼ਾਇਦ ਹਾਈ ਕਮਾਂਡ ਨੂੰ ਖੁਸ਼ ਕਰਨ ਵਾਸਤੇ, ਅਮਿਤ ਸ਼ਾਹ ਨੂੰ ਖੁਸ਼ ਕਰਨ ਵਾਸਤੇ ਨਹੀਂ ਕੁਛ ਕਰਵਾਤਾ। ਇਸ ਲਈ ਉਹਦੀ ਮਾਫੀ ਮੰਗਣ ਵਾਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਜ਼ਰੂਰੀ ਸੀ। ਇਹ ਉਹਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਜਿਹੜੀ ਹੈ ਅਸਲ ਜਿਹੜੀ ਹੈਗੀ ਹੈ, ਮੈਂ ਸਮਝਦਾ ਦੋਸ਼ੀ ਅਧਿਕਾਰੀ ਨਹੀਂ ਉਹਨਾਂ ਜਿੰਨਾ ਦੋਸ਼ੀ ਮੁੱਖ ਮੰਤਰੀ। ਕਿਉਂਕਿ ਮੁੱਖ ਮੰਤਰੀ ਜਿਵੇਂ ਇਹਨੂੰ ਡਿਫੈਂਡ ਕਰ ਰਿਹਾ, ਹੁਣ ਚਟਾਲਿਆਂ ਦੀ ਸਥਿਤੀ ਦੇਖ ਲਓ। ਦੁਸ਼ਯੰਤ ਨੂੰ ਇਹ ਕਹਿਣਾ ਪੈ ਗਿਆ ਕਿ ਬੰਦੇ ਨੇ ਗੁਨਾਹ ਕੀਤਾ ਹੈ, ਉਹਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਮੁੱਖ ਮੰਤਰੀ ਕੀ ਕਹਿੰਦਾ? ਸ਼ਬਦ ਚੋਣ ਗਲਤ ਹੋ ਗਈ, ਉਹਨੂੰ ਸ਼ਬਦ ਚੋਣ ਕਰਨੀ ਚਾਹੀਦੀ। ਹਾਂ, ਸ਼ਬਦਾਂ ਦੀ ਚੋਣ। ਜਿਹੜੀ ਪੁਲਿਸ ਉਹ ਕਹਿੰਦੀ ਹੈ ਜੀ ਇਹ ਡਾਕਟਰ ਹੈ, ਇਹਦੇ ਹੇਰ ਫੇਰ ਕੀਤੀ ਵੀ ਕੋਈ ਹੇਰ ਫੇਰ ਨਹੀਂ। ਜੇ ਹੋਰ ਫੇਰ ਵਾਲੇ ਨਹੀਂ ਤਾਂ ਉਹਨੂੰ ਪਰਚਾ ਨਾ ਦਰਜ ਕੀਤਾ ਹੁੰਦਾ। ਹਾਂ, ਬੰਦੇ ਤੇ ਜਿਹਨੇ ਕੀਤੀ ਨਾ ਵੈਸੇ ਹੀ ਬਾਈ ਆਪਣਾ ਵਿਦਆਊਟ ਨੇਮ ਕਰਕੇ ਦਰਜ ਕਰਕੇ ਵੀ ਆ ਦੇਖੋ ਜੀ, ਆ ਤਾਂ ਜਿਹੜੀ ਤੋੜ ਭੰਨ ਵਾਲੀ ਕੀਤੀ ਇਹਦੇ 'ਚ। ਤੁਸੀਂ ਇਹ ਦੇਖੋ ਨਾ ਕਿ ਜਦੋਂ ਨਾਲੇ ਕਿਹੜਾ ਲੱਭ ਨਹੀਂ ਸਕਦੇ ਵੀ ਕਿਤੋਂ ਵਾਇਰਲ ਹੋਈ। ਨਹੀਂ ਦਾਣੇ ਵਾਲੀ ਸਭ ਤੋਂ ਅੱਗੇ ਦੇਖੋ ਇੰਤਹਾ ਜਿਹੜੀ ਹੈਗੀ ਹੈ ਕਿ ਲਾਠੀ ਚਾਰਜ ਕਰਤਾ, ਕਿਸਾਨਾਂ ਨੇ ਘਰਾਓ ਕਰਤਾ, ਸਾਰੀਆਂ ਸੜਕਾਂ ਜਾਮ ਕਰਤੀਆਂ। ਜਿੰਨੇ ਥਾਣੇ ਹੈਗੇ ਆਪਣੇ ਨਾਲ ਬਾਰਡਰ ਦੇ ਉੱਤੇ ਪੈਂਦੇ ਸਾਰੇ ਥਾਣੇ 'ਚ ਤਾਂ ਪਰਚੇ ਦਰਜ ਕਰਤੇ, ਕਿਤੇ ਬਾਈ ਨੇਮ ਕਰਤੇ ਕਿਸਾਨਾਂ ਦੇ, ਕਿਤੇ ਮਤਲਬ ਜਿਹੜੇ ਹੈਗੇ ਹੈ ਖੁੱਲਾ ਪਰਚਾ ਦਰਜ ਕਰਤਾ, ਜਿਹਨੂੰ ਮਰਜ਼ੀ ਫੜ ਲਓ। ਤੇ ਜੇ ਇਹ ਭੰਨ ਤੋੜ ਵਾਲੀ ਹੁੰਦੀ, ਬਣਾਉਟੀ ਬਣਾਈ ਹੁੰਦੀ, ਤਾਂ ਫਿਰ ਇਹਦਾ ਵੀ ਪਰਚਾ ਹੋ ਜਾਂਦਾ। ਹੁਣ ਤੱਕ ਪਰਚਾ ਕਿਉਂ ਨਹੀਂ ਹੋਇਆ? ਬਿਲਕੁਲ। ਇਸ ਕਰਕੇ ਮਤਲਬ ਜਿਹੜਾ ਹੈਗਾ ਸਾਰੇ ਦਾ ਸਾਰਾ ਕੁਛ ਕੀਤਾ ਕਰਾਇਆ ਮਨੋਹਰ ਲਾਲ ਖੱਟਰ ਨੇ ਕਰਾਇਆ। ਤੇ ਮਨੋਹਰ ਲਾਲ ਖੱਟਰ ਨੂੰ ਇਹ ਕਹਿੰਦਾ ਕਿ ਕੜਾਈ ਜ਼ਰੂਰੀ ਸੀ। ਅਗਲੀ ਗੱਲ ਕਹਿੰਦਾ ਇਹ ਕਹਿੰਦਾ ਜੀ ਸੰਵਿਧਾਨ ਲੋਕਾਂ ਨੂੰ ਸੰਘਰਸ਼ ਦਾ ਹੱਕ ਤਾਂ ਦਿੰਦਾ, ਕਹਿੰਦਾ ਸੜਕਾਂ ਰੋਕਣ ਦਾ ਥੋੜਾ ਦਿੰਦਾ, ਸਾਡਾ ਘਰਾਓ ਕਰਨ ਦਾ ਥੋੜਾ ਦਿੰਦਾ। ਹੋਰ ਘਰਾਓ ਕਿਹਦਾ ਕਰਨ? ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦਾ ਕਰਨ, ਤਾਲਿਬਾਨ ਦਾ ਕਰਨ। ਰਾਜ ਭਾਗ ਦੇ ਮਾਲਕ ਤੁਸੀਂ, ਉਹ ਗੱਲ ਤੁਸੀਂ ਨਹੀਂ ਸੁਣਦੇ। ਸਟੇਟ ਸਬਜੈਕਟ ਹੈ, ਤੁਹਾਡੀ ਪਾਰਟੀ ਨੇ ਸਟੇਟ ਸਬਜੈਕਟ ਜਿਹੜੇ ਰਾਜ ਦੀ ਸੂਚੀ ਦੇ ਵਿੱਚ ਜਿਹੜੇ ਵਿਸ਼ੇ ਆਉਂਦੇ ਉਹਨਾਂ ਵਿਸ਼ਿਆਂ ਨੂੰ ਕੱਢ ਕੇ ਉਹਦੇ ਤੇ ਕਾਨੂੰਨ ਬਣਾਤੇ, ਤੇ ਫਿਰ ਤੁਹਾਡੇ ਖਿਲਾਫ ਹੀ ਕਰਨਗੇ। ਘਰਾਓ ਹੋਰ ਕਿਹਦਾ ਕਰਨਗੇ? ਉਹ ਸੋਟੀ ਨਹੀਂ ਮਾਰਦੇ, ਕਿਸੇ ਦੇ ਕੋਈ ਥੱਪੜ ਨਹੀਂ ਮਾਰਦੇ, ਡਲਾ ਨਹੀਂ ਮਾਰਦੇ, ਗਾਲ ਨਹੀਂ ਕੱਢਦੇ, ਨਾਰੇ ਲਾਉਂਦੇ। ਇਹ ਕੰਸਟੀਟਿਊਸ਼ਨ ਨੇ ਰਾਈਟ ਦਿੱਤਾ, ਉਹਨਾਂ ਦਾ ਹੱਕ ਹੈ ਜੀ। ਤੇ ਇਸੇ ਚੀਜ਼ ਨੂੰ ਲੈ ਕੇ ਜੇਕਰ ਆਪਾਂ ਗੱਲ ਕਰੀਏ ਤਾਂ ਦੋਨੇ CM ਆਮਣੇ ਸਾਹਮਣੇ ਹੋ ਗਏ ਨੇ। ਬਿਲਕੁਲ ਜੀ। ਉਹ ਫਿਰ CM ਇਸ ਕਰਕੇ ਆਮਣੇ ਸਾਹਮਣੇ ਹੋਏ ਆ ਕਿ ਜਿਵੇਂ ਹੁੰਦੇ ਨਾ ਕਹਿੰਦੇ ਕੱਚੇ ਹੁੰਦੇ ਪਚਾਦੇ ਦੀ ਆਊ। ਹਾਂਜੀ।
ਕੱਲ ਜਿਹੜੀ ਬਦਨਾਮੀ ਹੋਈ ਹੈ ਸਾਰੀ ਦੁਨੀਆ 'ਚ, ਸ਼ਨੀਵਾਰ ਦੀ ਸ਼ਾਮ ਨੂੰ ਮਤਲਬ ਸਾਰਾ ਕੁਝ ਹੋਇਆ ਸੀ ਜੀ। ਐਤਵਾਰ ਨੂੰ ਅਖਬਾਰਾਂ ਦੀਆਂ ਖਬਰਾਂ ਬਣ ਗਈਆਂ, ਟੀਵੀ ਚੈਨਲਾਂ 'ਚ ਆ ਗਿਆ, ਐਤਵਾਰ ਤੇ ਸੋਮਵਾਰ ਜੀ 2 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਜਿੰਨੀ ਤੋਏ ਹਰਿਆਣਾ ਸਰਕਾਰ ਦੀ ਹੋਈ ਹੈ ਜਾਂ ਭਾਰਤ ਸਰਕਾਰ ਦੀ ਹੋਈ ਹੈ, ਮੋਦੀ ਸਰਕਾਰ ਦੀ ਹੋਈ ਹੈ, ਕਿਤੇ ਨਹੀਂ ਜੀ। ਦੁਨੀਆ ਦਾ ਕਿਹੜਾ ਅਖਬਾਰ ਹੈ ਜੀ ਜਿਹਦੇ ਵਿੱਚ ਇਹ ਖਬਰਾਂ ਨਹੀਂ ਲੱਗੀਆਂ। ਲਹੂ ਲੁਹਾਨ ਹੋਏ ਕਿਸਾਨਾਂ ਦੀਆਂ ਜਿਹੜੀਆਂ ਤਸਵੀਰਾਂ ਦੁਨੀਆ ਦੇ ਵਿੱਚ ਐ ਜੰਗਲ ਦੀ ਅੱਗ ਵਾਂਗੂ ਫੈਲੀਆਂ ਵੀ। ਸੋਸ਼ਲ ਮੀਡੀਆ ਐਡਾ ਮਤਲਬ ਜਿਹੜਾ ਹੈਗਾ ਇੱਕ ਹਥਿਆਰ ਆ ਗਿਆ ਲੋਕਾਂ ਦੇ ਹੱਥ ਵਿੱਚ। ਠੀਕ ਹੈ ਜੀ, ਦੁਰਵਰਤੋਂ ਵੀ ਹੁੰਦੀ ਜੀ ਜੀ। ਇਹਦੇ ਨਾਲ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਭਾਰਤ ਦਾ ਵਸਨੀਕ ਬੈਠਾ ਉਹਦੇ ਤੱਕ ਇਹ ਗੱਲ ਪਹੁੰਚ ਗਈ। ਤੇ ਫਿਰ ਮਨੋਹਰ ਲਾਲ ਖੱਟਰ ਜੀ ਨੇ ਫਿਰ ਇੱਕ ਨਵਾਂ ਕਾਰਨਾਮਾ ਕੀਤਾ ਜੀ। ਆਪਦਾ ਐਲਕਾਰ ਨੂੰ ਕਹਿੰਦੇ ਆਪਣੀ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ? ਦੱਸਤਾ ਜੀ ਉਹਨਾਂ ਨੇ ਹਿਸਾਬ ਕਿਤਾਬ ਲਾ ਕੇ, ਕਹਿੰਦੇ ਜੀ 2500 ਦਿਨ ਹੋ ਗਿਆ ਜੀ। ਫਿਰ ਕਹਿੰਦੇ ਆਪਾਂ ਪ੍ਰੈਸ ਕਾਨਫਰੰਸ ਨਾ ਕਰ ਲਈਏ। ਪਹੁੰਚ ਗਏ ਜੀ ਆਪਣੇ ਪ੍ਰੈਸ ਕਲੱਬ ਜੀ, ਚੰਡੀਗੜ੍ਹ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਨੀ। ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ, ਕਿਸਾਨਾਂ ਨੇ ਪ੍ਰੋਟੈਸਟ ਕੀਤਾ। ਹਾਂਜੀ, 2 ਬੀਬੀਆਂ ਦਾ ਫਿਰ ਝਕਾਨੀ ਦੇ ਕੇ ਪਹੁੰਚ ਗਈਆਂ ਸੀ, ਅੰਦਰ ਪਹੁੰਚ ਗਈਆਂ ਸੀ। ਉਹਨਾਂ ਨੂੰ ਉੱਥੋਂ ਗ੍ਰਿਫਤਾਰ ਵੀ ਕਰ ਲਿਆ। ਉੱਥੇ ਜਾ ਕੇ ਜਿਹੜੀ ਗੱਲ ਕੀਤੀ ਮਨੋਹਰ ਲਾਲ ਖੱਟਰ ਨੇ 2500 ਦਿਨ ਵਾਲੀ ਤਾਂ ਘੱਟ ਕੀਤੀ। ਕਹਿੰਦੇ ਜੀ ਇਹ ਜਿਹੜਾ ਸਾਰਾ ਕੁਛ ਕੀਤਾ ਨਾ, ਜਿਹੜਾ ਅੰਦੋਲਨ ਹੈ ਹਰਿਆਣੇ 'ਚ ਅੰਦੋਲਨ ਚੱਲ ਰਿਹਾ ਜੀ, ਹਰਿਆਣੇ ਦੇ ਕਿਸਾਨ ਤਾਂ ਬੜੇ ਵਧੀਆ ਤਬਾਹੀ ਕਰੀ ਜਾਂਦੇ, ਖੇਤੀਬਾੜੀ ਕਰੀ ਜਾਂਦੇ। ਪੰਜਾਬ ਦੇ ਲੋਕ ਹੈ ਜੀ, ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੀ ਸਰਕਾਰ ਨੇ ਭੇਜੇ, ਕਿਸਾਨ ਨਹੀਂ ਬਦਮਾਸ਼ ਬੰਦੇ ਭੇਜੇ ਜੀ। ਇਹਨਾਂ ਨੇ ਜਾ ਕੇ ਉੱਥੇ ਗੜਬੜ ਕੀਤੀ ਹੈ ਤੇ ਫਿਰ ਉਹਨੇ ਨਾਲ ਸਬੂਤ ਦੇਤਾ। ਉਹ ਪੰਜਾਬ ਭਵਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੰਨੇ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ ਨਾ। ਹਾਂਜੀ ਹਾਂਜੀ। ਪਹਿਲਾਂ ਲੱਡੂਆਂ ਵਾਲੀ ਨਹੀਂ ਜੀ, ਉਹ ਵੀ ਗੱਲ ਨਿਕਲ ਆਈ ਅਸਲ 'ਚ ਲੱਡੂ ਨਹੀਂ, ਆਪਾਂ ਵੀ ਲੱਡੂ ਦੱਬੀ ਗਏ। ਅੱਜ ਗੱਲ ਉਹ ਕਲੀਅਰ ਹੋਈ ਹੈ। ਜਿਹੜੀ ਪਹਿਲੀ ਮੀਟਿੰਗ ਹੋਈ ਸੀ ਉਹ ਹੋਈ ਸੀ ਮੰਤਰੀਆਂ ਨਾਲ ਜੀ, ਦੂਜੀ ਮੀਟਿੰਗ ਹੋਈ ਅਫਸਰਾਂ ਨਾਲ, ਤੀਜੀ ਹੋ ਗਈ ਸੀਐਮ ਨਾਲ। ਸੀਐਮ ਵਾਲੀ ਮੀਟਿੰਗ ਦੇ ਵਿੱਚ ਚਲੋ ਉਹਨਾਂ ਦਾ ਲੈਣ ਦੇਣ ਹੋ ਕੇ ਬਹਿਸ ਬੂਸ ਹੋਣ ਤੋਂ ਬਾਅਦ ਉਹਨਾਂ ਨੇ ਜੀ ਮੰਗ ਮੰਨ ਲਈ ਤੇ 360 ਰੁਪਏ ਕਰਤਾ। ਉਧਰ 358 ਰੁਪਏ, 2 ਰੁਪਏ ਹਰਿਆਣਾ ਨਾਲ ਵੱਧ ਕਰਕੇ 360 ਰੁਪਏ ਦਾ ਉਹਨਾਂ ਨੇ ਐਲਾਨ ਕਰਤਾ ਜੀ। ਜਦੋਂ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋ ਰਹੀ ਹੈ, ਕਿਤੇ ਵੀ ਮੀਟਿੰਗ ਹੁੰਦੀ ਹੋਵੇ, ਆਪਣੇ ਕੋਲ ਕੋਈ ਬੰਦਾ ਆ ਜਾਏ ਤੇ ਆਪਾਂ ਚਾਹ ਤਾਂ ਮੰਗਾਉਣੇ ਜੀ ਜੀ ਜੀ। ਉਹ ਮੀਟਿੰਗ ਜਦੋਂ ਹੋਈ ਸੀ ਤੇ ਮੀਟਿੰਗ ਵਾਸਤੇ ਚੀਫ ਮਿਨਿਸਟਰ ਨੇ ਕਹਿਤਾ ਵੀ ਚਾਹ ਪਿਲਾਓ ਸਾਰਿਆਂ ਨੂੰ। ਅੱਛਾ, ਸਾਰੇ ਲੀਡਰਾਂ ਵਾਸਤੇ ਚਾਹ ਆ ਗਈ ਤੇ ਚਾਹ ਦੇ ਨਾਲ ਬਰਫੀ ਆ ਗਈ। ਅੱਛਾ, ਜਦੋਂ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਲਓ ਜੀ ਅਸੀਂ 360 ਕਰਤੀ, ਤੇ ਉਹ ਬਰਫੀ ਦਾ ਟੁੱਕ ਜਿਹੜਾ ਉਹਨਾਂ ਵਾਸਤੇ ਰੱਖਿਆ ਸੀ ਨਾ, ਉਹ ਰਾਜੇਵਾਲ ਨੇ ਆਪਦੀ ਪਲੇਟ ਚੋਂ ਚੱਕ ਕੇ ਕਹਿਤਾ ਲਓ ਜੀ ਥੋੜਾ ਮੂੰਹ ਮਿੱਠਾ ਕਰਾਈ ਗਏ। ਇਸ ਮੂੰਹ ਦੇ ਵਿੱਚੋਂ ਅੱਜ ਚੰਗੇ ਸ਼ਬਦ ਨਿਕਲੇ ਹੈ। ਹਾਲਾਂਕਿ ਚੰਗੇ ਸ਼ਬਦ ਕੋਈ ਚਾਹ ਨਾਲ ਨਹੀਂ ਨਿਕਲੇ, ਬਿਲਕੁਲ ਉਹ ਅੰਦੋਲਨ ਨੇ ਕਢਵਾਏ ਸੀ। ਜੇ ਰਾਜੇਵਾਲ ਦੀ ਗੱਲ ਸੁਣ ਲਈਏ ਜਾਂ ਕਿਸਾਨਾਂ ਦੀ ਗੱਲ ਸੁਣ ਲਈਏ, ਕਿਸਾਨ ਤਾਂ ਬਹੁਤ ਚਿਰ ਦੇ ਲੱਗੇ ਪਏ। ਉਹ ਤਾਂ ਸਾਲ ਹੋ ਗਿਆ ਜਿੱਦਾਂ ਦਾ ਅੰਦੋਲਨ ਚੱਲਦੇ, ਉਦੋਂ ਤਾਂ ਕਹਿੰਦੇ ਆ ਜੀ ਕਿੰਨੇ ਚਿਰ ਹੋ ਗਏ ਸਾਡੇ ਆਪਣੇ ਜਿਹੜਾ ਹੈਗਾ ਗੰਨੇ ਦਾ ਭਾਅ ਨਹੀਂ ਵਧਿਆ। ਹਾਂਜੀ ਹਾਂਜੀ, ਗੰਨੇ ਦਾ ਭਾਅ ਵਧਾਓ, ਗੰਨੇ ਦਾ ਭਾਅ ਵਧਾਓ। ਨਹੀਂ ਵਧਾਇਆ ਤੇ ਜਦੋਂ ਟੇਢੀ ਸਿੱਧੀ ਉਂਗਲ ਨਾਲ ਘਿਓ ਨਾ ਕੱਢਿਆ ਤੇ ਨਿਕਲਿਆ ਤੇ ਫਿਰ ਉਹਨੇ ਟੇਢੀ ਕਰਕੇ ਜਦੋਂ ਉਹਨਾਂ ਨੇ ਗੱਡੀਆਂ ਤੇ ਬੱਸਾਂ ਬੁੱਸਾਂ ਬੰਦ ਕਰਤੀਆਂ, ਸਾਰਾ ਕੁਛ ਫਿਰ ਸਰਕਾਰ ਨੇ ਗੱਲ ਕਰ ਲਈ। ਪਰ ਫਿਰ ਵੀ ਉਹ ਸ਼ਿਸ਼ਟਾਚਾਰ ਦੇ ਨਾਤੇ ਬੰਦੇ ਨੂੰ ਯਾਰ ਜਿੰਨਾ ਅਸੀਂ ਮੰਗਿਆ ਸੀ ਉਹਨਾਂ ਮਿਲ ਗਿਆ। ਉਹਨਾਂ ਨੇ ਉਹ ਮੂੰਹ ਦੇ ਵਿੱਚੋਂ ਪਾਤਾ। ਉਹ ਕਹਿੰਦਾ ਜੀ ਰਾਜੇਵਾਲ ਨੇ ਜਿਹੜਾ ਮੂੰਹ ਦੇ ਵਿੱਚ ਲੱਡੂ ਪਾਇਆ ਨਾ, ਉਹ ਲੱਡੂ ਕਰਕੇ ਕਹਿੰਦਾ ਤਾਂ ਪਤਾ ਲੱਗਦਾ ਵੀ ਇਹ ਨਾਲ ਰਲੇ ਵੇ ਜੀ। ਅੱਜ ਰਾਜੇਵਾਲ ਸਾਹਿਬ ਨੇ ਕਹਿਤਾ, ਉਹਨਾਂ ਨੇ ਇੱਥੇ ਕਾਨਫਰੰਸ ਕੀਤੀ ਹੈ। ਉਹ ਕਹਿੰਦੇ ਵੀ ਉਹ ਜਿਹੜਾ ਪਾਇਆ ਮੈਂ ਉਹੀ ਪਾਇਆ, ਜਿਹੜੀ ਬਰਫੀ ਸਾਨੂੰ ਦਿੱਤੀ ਸੀ ਉਹਨਾਂ ਦੀ ਬਰਫੀ ਉਹਨਾਂ ਦੇ ਮੂੰਹ 'ਚ ਪਾਤੀ ਜੀ। ਲਓ ਜੀ, ਇਹਦੇ ਤੇ ਫਿਰ ਕਹਿੰਦਾ ਜੀ ਸੌਂਦੇ ਆਪਣੇ ਵਾਲੇ ਮੁੱਖ ਮੰਤਰੀ ਦਾ ਵੀ ਫਿਰ ਆ ਗਿਆ। ਉਹ ਕਹਿੰਦਾ ਵੀ ਅਸਲ ਦੇ ਵਿੱਚ ਕਸੂਰ ਸਾਡਾ ਨਹੀਂ, ਕਸੂਰ ਜਿਹੜਾ ਹੈਗਾ ਜਿਹੜੇ ਲੋਕ ਹੈ, ਕੋਈ ਜਿੰਨਾ ਜਿਹੜਾ ਲਾਠੀ ਚਾਰਜ ਹੋਇਆ, ਜਿਹੜੇ ਬੰਦੇ ਕੁੱਟੇ ਆ, ਜਿਹੜੇ ਮਾਰੇ ਆ, ਜਿਨ੍ਹਾਂ ਦੇ ਖਿਲਾਫ FIR ਦਰਜ ਕੀਤੀ, ਕੋਈ ਪੰਜਾਬ ਦਾ ਬੰਦਾ ਹੈਗਾ ਉਹਦੇ 'ਚ? ਹਾਂ, ਕੁੱਟੇ ਜਿਹੜੇ ਹਰਿਆਣੇ ਦੇ ਬੰਦੇ ਜੀ, ਕੁੱਟੇ ਹਰਿਆਣੇ ਵਾਲਿਆਂ ਨੇ। ਪੰਜਾਬ ਨੂੰ ਬਦਨਾਮ ਕਿਉਂ ਕਰਦੇ ਹੋ ਜੀ? ਗੱਲ ਸਿਆਣੀ ਹੈ, ਠੀਕ ਹੈ ਨਾ। ਉਹ ਕਹਿੰਦੇ ਵੀ ਅਸਲ ਦੇ ਵਿੱਚ ਤੁਹਾਡੇ ਲੱਛਣ ਇਹੋ ਜਿਹੇ ਹੈ, ਜਦੋਂ ਤੁਸੀਂ ਕਿਸਾਨਾਂ ਦੇ ਗਲ ਦੇ ਵਿੱਚ ਅੰਗੂਠਾ ਦਿਓਗੇ ਤਾਂ ਪ੍ਰੋਟੈਸਟ ਕਰਨਗੇ। ਤੁਹਾਡੀ ਜਿਹੜੀ ਹੈਗੀ ਹੈ ਕਿਸਾਨਾਂ ਪ੍ਰਤੀ ਜਿਹੜੀ ਤੁਹਾਡੀ ਨਕਾਰਾਤਮਕ ਪਹੁੰਚ ਹੈ, ਇਹ ਉਹਦਾ ਨਤੀਜਾ ਹੈ ਜੀ। ਇਹ ਜਦੋਂ ਅਮਰਿੰਦਰ ਸਿੰਘ ਨੇ ਕਹਿਤਾ ਇਹਦਾ ਨਤੀਜਾ ਹੈ, ਉਹਦੇ ਤੇ ਭੜਕ ਗਿਆ। ਫਿਰ ਉਹ ਅੱਜ ਕਰੀ ਜਾਂਦਾ ਜੀ ਅਸੀਂ ਆਹ ਕੀਤਾ ਦੇ ਟਵੀਟ ਤੇ ਟਵੀਟ, ਤੁਸੀਂ ਇਹਦਾ ਹਵਾਲਾ ਦਿਓ ਜੀ, ਫਲਾਨਾ ਕਰੋ ਧਮਕਾ ਕਰੋ। ਇਹ ਤੋਂ ਪਹਿਲਾਂ ਵੀ ਤੁਹਾਡੇ ਯਾਦ ਹੋਣਾ ਦਾਨਿਆਲ ਸਾਹਿਬ, ਜਦੋਂ ਇਹ ਅੰਦੋਲਨ ਸ਼ੁਰੂ ਹੋਏ ਜੀ, ਉਦੋਂ ਵੀ ਖੱਟਰ ਨੇ ਇਹ ਕਿਹਾ ਸੀਗਾ ਕਿ ਜਿਹੜੀ ਜਾ ਰਹੇ ਹੈ ਨਾ ਲੋਕ, ਇਹ ਤਾਂ ਪੰਜਾਬ ਵਾਲੇ ਹਰਿਆਣੇ ਵਾਲੇ ਕੋਈ ਨਹੀਂ ਜਾ ਰਿਹਾ। ਬਿਲਕੁਲ, ਉਦੋਂ ਵੀ ਅਮਰਿੰਦਰ ਨੇ ਇਹੀ ਕਿਹਾ ਸੀਗਾ ਕਿ ਤੁਹਾਡੇ ਆਪਣੇ ਲੋਕ ਕਿੰਨੇ ਹੈ, ਮੇਰੇ ਕੋਲ ਰੋਜ਼ ਇਨਫੋਰਮੇਸ਼ਨ ਆਉਂਦੀ ਹੈ। ਅੱਜ ਉਹਨੇ ਕਹਿਤਾ ਕਿ ਇਨਫੋਰਮੇਸ਼ਨ ਮੇਰੇ ਕੋਲ ਰੋਜ਼ ਆਉਂਦੀ ਹੈ ਜੀ। ਇਹ ਮਨੋਹਰ ਲਾਲ ਖੱਟਰ ਅਸਲ ਦੇ ਵਿੱਚ ਜਿਹੜੀ ਗੜਬੜ ਕਰਦਾ ਨਾ ਜੀ, ਉਹ ਇਸ ਤਰ੍ਹਾਂ ਦੀ ਗੱਲ ਕਰਦਾ। ਗੜਬੜ ਕਈ ਥਾਵਾਂ ਤੇ ਕਰਦੇ। ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਬੜੀ ਤੇਜ਼ ਚਲਾਕ ਤੇ ਚੁਸਤ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕਿੱਥੇ ਨਹੀਂ ਉਕਸਾਉਂਦੇ, ਇੱਥੇ ਤਾਂ ਇਕੱਲੇ ਕਿਸਾਨਾਂ ਨੂੰ ਉਕਸਾਉਣ ਰਹੇ ਹੈ ਜੀ। ਮੇਰੇ ਕੋਲੇ ਜੀ ਕੱਲ ਪਰਸੋਂ ਇੱਕ ਟੈਲੀਫੋਨ ਆਇਆ। ਟੈਲੀਫੋਨ ਆਉਂਦਾ ਹੈ ਅਮਰੋਹਾ ਜੀ, ਯੂਪੀ ਦੇ ਵਿੱਚੋਂ।
ਉੱਥੇ ਕੋਈ ਸੱਜਣ ਸੀ ਤੇ ਉਹਨੇ ਮੈਨੂੰ ਸਵਾਲ ਕੀਤਾ ਪਹਿਲਾਂ, ਮੈਨੂੰ ਕਹਿੰਦਾ ਜੀ ਇਹ ਦੱਸੋ ਵੀ ਕਿਸੇ ਪੋਲੀਟੀਕਲ ਬੰਦੇ ਦੇ ਨਾਲ ਕਿਸੇ ਗੁਰੂ ਦੀ ਫੋਟੋ ਲੱਗ ਸਕਦੀ ਹੈ? ਨਹੀਂ ਲੱਗ ਸਕਦੀ। ਮੈਂ ਕਿਹਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਵੀ ਆਹ ਇਲਾਕਾ ਜਿਹੜਾ ਹੈਗਾ ਅਮਰੋਹਾ ਦਾ, ਇਸ ਇਲਾਕੇ ਦੇ ਵਿੱਚ ਸਰਦਾਰਾਂ ਦੀ ਗਿਣਤੀ ਚੰਗੀ ਹੈ ਜੀ। ਸਿੱਖ ਆਉਂਦੇ ਸਾਡੇ ਲੋਕਾਂ ਨੂੰ, ਮੈਨੂੰ ਚਲੋ ਮਾੜਾ ਮੋਟਾ ਪਤਾ, ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸੀ, ਆਪਣੇ ਪ੍ਰੋਗਰਾਮ ਸੁਣਦੇ ਹੋ ਲਗਾਤਾਰ। ਮੈਂ ਕਿਹਾ ਜੀ ਬਿਲਕੁਲ ਹੈ ਨਹੀਂ। ਸਾਡੇ ਕਹਿੰਦੇ ਜੀ ਇੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ MLA ਹੈ ਜੀ। ਉਸ MLA ਨੇ ਜਿਹੜੇ ਗੇਟ ਬਣੇ ਹੁੰਦੇ ਨਾ, ਵੱਡੇ ਵੱਡੇ ਗੇਟ ਬਣੇ ਹੁੰਦੇ, ਗੇਟਾਂ ਦੇ ਉੱਤੇ ਜਿਹੜੇ ਹੈਗੇ ਬੋਰਡ ਜਿਹੜੇ ਹੈਗੇ ਛਪਵਾਏ, ਜਿਹੜਾ ਪ੍ਰਿੰਟ ਕਰਵਾਇਆ ਜੀ, ਇੱਕ ਪਾਸੇ ਗੁਰੂ ਨਾਨਕ ਦੇਵ ਦੀ ਫੋਟੋ ਪ੍ਰਕਾਸ਼ਿਤ ਕਰਵਾਈ ਹੈ, ਦੂਜੇ ਪਾਸੇ ਆਪਦੀ ਫੋਟੋ ਕਰਾ। ਭਾਰਤੀ ਜਨਤਾ ਪਾਰਟੀ ਦੇ MLA ਨੇ ਜਿਹਦਾ ਸਿੱਖੀ ਦੇ ਨਾਲ ਦੂਰ ਦਾ ਵਾਸਤਾ ਨਹੀਂ। ਇਹ ਤੋਂ ਪਹਿਲਾਂ ਵੀ ਅਸੀਂ ਦੇਖੀਏ ਡੇਰਾ ਮੁਖੀ ਨੇ ਕੀ ਕੀਤਾ ਸੀ। ਉਹਨੇ ਤਾਂ ਰਾਮ ਰਹੀਮ ਨੇ ਤਾਂ ਇਕੱਲਾ ਪਹਿਰਾਵਾ ਪਾਇਆ ਸੀ। ਗੁਰੂ ਨਾਨਕ ਦੇ ਬਰਾਬਰ ਤੁਸੀਂ ਆਪਣੀ ਤਸਵੀਰ ਲਾ ਕੇ, ਹਾਲਾਂਕਿ ਅਸੀਂ ਸੈਕੂਲਰ ਕਿਸਮ ਦੇ ਲੋਕ ਹਾਂ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਵੀ ਕੋਈ ਗੜਬੜ ਹੋਵੇ, ਪਰ ਜਿਹੜੀ ਹੈਗੀ ਹੈ ਜਿਹੜਾ ਇਸ ਤਰ੍ਹਾਂ ਕਰਕੇ ਤੁਸੀਂ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੀ ਗੱਲ ਕਰਦੇ ਹੋ। ਪਹਿਲਾਂ ਤਾਂ ਕਿਸਾਨਾਂ ਦੇ ਖਿਲਾਫ ਇਸ ਕਿਸਮ ਦੇ ਕਾਨੂੰਨ ਬਣਾਉਣੇ, ਫਿਰ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੀ ਕਰਦੇ ਹੋ ਬਰਾਬਰੀ ਜੀ। ਤੇ ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਿਰਤ ਨੂੰ ਵਡਿਆ। ਬਿਲਕੁਲ ਜੀ। ਜਿਹੜੇ ਕਿਰਤ ਕਰਨ ਵਾਲੇ ਲੋਕ ਹੈ, ਜਿਨ੍ਹਾਂ ਨੂੰ ਕਹਿ ਕੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਵੰਡ ਛਕੋ, ਉਹਨਾਂ ਪ੍ਰਤੀ ਤੁਹਾਡਾ ਸਿਲਸਿਲਾ ਹੈ ਤਾਂ ਸਾਰਿਆਂ ਨੂੰ ਛਕਾਉਂਦੇ। ਕਿਸਾਨਾਂ ਦੇ ਹੁਣ ਅੰਦੋਲਨ ਚੱਲਦਾ ਹੈ, ਜਿੱਥੇ ਅੰਦੋਲਨ ਚੱਲਦਾ ਕਿਸਾਨ ਜਿੱਥੇ ਬੈਠੇ ਹੈ ਉੱਥੇ ਦਾ ਲੰਗਰ ਪਾਣੀ ਤਿਆਰ ਕਰਦੇ ਆ। ਉਹ ਇਹ ਥੋੜਾ ਦੇਖਦੇ ਕਿ ਇਹਨੇ ਸਾਡੇ ਡਾਂਗ ਮਾਰੀ ਸੀ। ਅੱਜ ਇਸੇ ਹਰਜਿੰਦਰ ਸਿੰਘ ਖਹਿਰੇ ਨੇ ਡਾਂਗਾ ਮਾਰੀਆਂ, ਵੀ ਲੰਗਰ ਉਹਨਾਂ ਕੋਲ ਖਾਂਦਾ ਰਿਹਾ, ਉਹਨਾਂ ਕੋਲ ਹੀ ਖਾਂਦਾ ਰਿਹਾ। ਜੇ ਕੱਲ ਨੂੰ ਫੇਰ ਲੋਪਤਾ ਹੁੰਦੀ ਤੇ ਆਪਾਂ ਤਾਂ ਰੁਕ ਦੇਣਗੇ, ਆਪਣੇ ਲੋਕ ਤਾਂ ਰੁਕ ਦੇਣਗੇ। ਆਪਾਂ ਵੇਖਿਆ ਹੀ ਆ, ਪਾਣੀ ਪਿਆਉਂਦੇ ਰਹੇ ਨਾਲੇ ਉੱਠੇ। ਹਾਂ, ਪਾਣੀ ਪਿਆਉਂਦੇ ਰਹੇ, ਸਾਰਾ ਕੁਛ ਕਰਦੇ, ਨਾਲੇ ਜਿਹੜੇ ਕੁੱਟਦੇ ਆ ਉਹ ਸਾਰਾ ਕੁਝ ਉਹਨਾਂ ਨੇ ਅਲਾਂਭਾ ਜ਼ਰੂਰ ਦਿੰਦੇ ਕਿ ਭਾਈ ਸਾਡੇ ਬੱਚਿਆਂ ਨੇ ਸਾਨੂੰ ਕੁੱਟਿਆ, ਗੱਲ ਮਾੜੀ ਕੀਤੀ। ਸੋ ਇਸ ਢੰਗ ਦੇ ਨਾਲ ਮਤਲਬ ਪੰਗੇ ਲੈਣ ਵਾਲੀ ਗੱਲ ਕਰਦੇ ਆ ਹਰ ਥਾਂ ਦੇ ਉੱਤੇ ਜੀ। ਹੁਣ ਇਹਦੇ ਤੇ ਅੱਜ ਰਾਜੇਵਾਲ ਸਾਹਿਬ ਨੂੰ ਬੋਲਣਾ ਪਿਆ ਕਿ ਭਾਈ ਤੁਸੀਂ ਸਾਨੂੰ ਵਿੱਚੋਂ ਘੜੀਸਦੇ ਕਿਉਂ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਫਿਰ ਉਹਨੇ ਜਵਾਬ ਦੇ ਦਿੱਤਾ ਵੀ ਤੂੰ ਐਂ ਕਰ ਭਾਈ, ਤੇਰੀ ਪਾਰਟੀ ਦਾ ਪ੍ਰਧਾਨ ਮੰਤਰੀ ਹੈ, ਤੂੰ ਵੀ RSS ਦਾ ਪ੍ਰਚਾਰਕ, ਉਹ ਵੀ RSS ਦਾ ਪ੍ਰਚਾਰਕ ਹੈ, ਦੋਨਾਂ ਦੀ ਯਾਰੀ ਵੀ ਹੈ ਜੀ। ਤੇ ਇਹ ਤਾਂ ਆਪਾਂ ਆਪਣੇ ਕੋਲ ਕਹਿੰਦੇ, ਕੈਪਟਨ ਨੇ ਨਹੀਂ ਕਹੀ। ਜਦੋਂ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਟਿਕਟ ਦਿੱਤੀ ਹੈ, ਇਹ ਆਇਆ, ਇਹਦੇ ਖਿਲਾਫ ਮੁਜ਼ਾਹਰੇ ਹੁੰਦੇ ਸੀ ਜੀ। ਹੁੰਦੇ ਸੀ, ਬਿਲਕੁਲ ਹੁੰਦੇ ਸੀ। ਲੋਕ ਕਹਿੰਦੇ ਸੀਗੇ ਵੀ ਇਹ ਕੌਣ ਆ ਗਿਆ, ਕਿੱਥੋਂ ਆ ਗਿਆ ਜੀ, ਸਾਡੇ ਕਿੱਥੋਂ ਆ। ਉਦੋਂ ਲੋਕਾਂ ਨੂੰ ਨਹੀਂ ਪਤਾ ਸੀ ਵੀ ਕੀ ਕੁਛ ਹੋ ਰਹੀ ਜਾਂਦਾ। ਅਸਲ ਦੇ ਵਿੱਚ ਨਰਿੰਦਰ ਮੋਦੀ ਨੇ ਫੈਸਲਾ ਕੀਤਾ ਸੀ ਕਿ ਮੇਰਾ ਤਾਂ ਭਾਈ ਇਹ ਮਿੱਤਰ ਹੈ, ਅਸੀਂ ਇਕੱਠੇ ਰਹੇ ਹਾਂ RSS ਦੇ ਵਿੱਚ ਜੀ, ਹਮਜੋਲੀ ਹੈ, ਤੇ ਇਹਨੂੰ ਤਾਂ ਆਪਾਂ ਵੱਡਾ ਰੁਤਬਾ ਦੇਣਾ। ਉਹ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੇ ਬੰਦੇ ਦੇ ਖਿਲਾਫ ਲੋਕ ਮੁਜ਼ਾਹਰੇ ਕਰ ਦਿੰਦੇ ਸੀ ਕਿ ਇਹਨੂੰ ਟਿਕਟ ਕਿਉਂ ਦਿੰਦੇ ਹੋ MLA ਦੀ, ਤੈਨੂੰ ਮੁੱਖ ਮੰਤਰੀ ਬਣਾਤਾ ਸਿੱਧਾ ਹੀ। ਠੀਕ ਹੈ, ਜਿੰਨੀ ਨੇੜਤਾ ਨਰਿੰਦਰ ਮੋਦੀ ਸਾਹਿਬ ਨਾਲ ਉਹਦੀ ਹੈ, ਕਿਸੇ ਦੀ ਵੀ ਨਹੀਂ ਹੈ। ਨਾਲੇ ਇਕੱਠੇ ਸੀ ਨਾ, ਹਰਿਆਣੇ 'ਚ ਰਹੇ ਮੁੱਖ ਮੰਤਰੀ ਸਾਹਿਬ, ਚਾਹ ਪਾਣੀ ਇਕੱਠੇ ਪੀਂਦੇ ਹੋਣੇ। ਨਹੀਂ, ਇਹ ਤਾਂ ਦਿੱਲੀ ਛੱਡ ਕੇ ਚਲਾ ਗਿਆ ਸੀ ਜੀ, 95 ਚਲਾ ਗਿਆ ਸੀ, 75 'ਚ ਜਦੋਂ ਐਮਰਜੈਂਸੀ ਲੱਗੀ ਉਦੋਂ ਦਿੱਲੀ ਚਲੇ ਗਏ ਸੀ। ਪ੍ਰਚਾਰਕ ਸੀ ਨਾ ਜੀ। ਹਰਿਆਣੇ ਦੇ ਵਿੱਚ ਮੁੱਖ ਮੰਤਰੀ ਜ਼ਰੂਰ ਆ, ਹਰਿਆਣੇ 'ਚ ਤਾਂ ਰਿਹਾ ਹੀ ਨਹੀਂ। ਅੱਛਾ, ਉਹ ਪ੍ਰਚਾਰਕ ਸੀ, ਮੋਦੀ ਸਾਹਿਬ ਵੀ ਪ੍ਰਚਾਰਕ ਸੀ, ਇਕੱਠੇ ਰਹਿੰਦੇ ਹੁੰਦੇ ਸੀ। ਉੱਥੋਂ ਦੋਸਤੀ ਪੈ ਜਾਂਦੀ ਹੈ, ਜਿਵੇਂ ਆਪਾਂ ਇਕੱਠੇ ਕੰਮ ਕਰਦੇ ਹੋਈਏ, ਕਿਤੇ ਦੋਸਤੀ ਪੈ ਜਾਂਦੀ ਹੈ। ਅਗਲਾ ਕਹਿੰਦਾ ਮੇਰੇ ਕੋਲੇ ਆਈ ਹੈ ਭਾਈ, ਹੁਣ ਪਾਵਰ ਤੇ ਆਪਾਂ ਆਪਣੇ ਬੰਦੇ ਨੂੰ ਗੱਲ ਕਰੀਏ। ਉਹਨਾਂ ਨੇ ਚੱਕ ਕੇ ਨੂੰ ਬਣਾ ਦਿੱਤਾ। ਹੁਣ ਜੇ ਇਹ ਪ੍ਰੈਸ਼ਰ ਬਿਲਡ ਕਰੇ, ਇਹਦੀ ਚ ਆਪਦੀ ਭਾਵੇਂ ਠੀਕ ਹੈ, ਇਹਨੂੰ ਕਹਿ ਵਿੱਚ ਤੋਂ ਡਰ ਲੱਗਦਾ ਕਿਤੇ ਮੇਰੀ ਗੱਦੀ ਨਾ ਖੋਲੇ, ਜਾ ਕੇ ਕਹਦੇ ਜੀ ਕੰਮ ਹੀ ਮੁਕਾ ਦਿਓ। ਤੇ ਅਮਰਿੰਦਰ ਸਿੰਘ ਨੇ ਕਹਿਤਾ ਤੁਸੀਂ ਜੀ ਕਾਲੇ ਕਾਨੂੰਨ ਵਾਪਸ ਕਰਵਾ ਦਿਓ ਤੇ ਲੱਡੂਆਂ ਨਾਲ ਅਸੀਂ ਤਾਂ ਤੁਹਾਨੂੰ ਨਿਹਾਲ ਕਰ ਦਿਆਂਗੇ, ਤੁਹਾਡੇ ਮੂੰਹ 'ਚ ਮੈਂ ਲੱਡੂ ਪਾਊਂਗਾ, ਨਾਲੇ ਕਿਸਾਨ ਪਾਉਣਗੇ ਜੀ। ਬਿਲਕੁਲ ਜੀ। ਇਹ ਤਾਂ ਦੇਖੋ ਕਿੱਦਣ ਆਉਂਦੀ ਆ ਲੱਡੂਆਂ ਦੀ ਵਾਰੀ, ਪਰ ਉੱਧਰ ਕਹਿੰਦੇ ਨਵਜੋਤ ਸਿੰਘ ਸਿੱਧੂ ਲੱਡੂ ਖਿਲਾਰ ਰਹੀ ਜਾਂਦਾ, ਜਿਹੜੇ ਲੱਡੂ ਭੋਰੀ ਜਾਂਦਾ, ਕਹਿੰਦੇ ਵਿਧਾਨ ਸਭਾ ਦੇ ਛੋਟੇ ਸੈਸ਼ਨ ਤੋਂ ਨਾਰਾਜ਼ ਆ ਰਿਹਾ। ਦੇਖੋ ਇਹ ਵੀ ਸਿਆਸਤ ਹੈ। ਅਸਲ ਦੇ ਵਿੱਚ ਸਿਆਸਤ ਕਾਹਦੇ ਵਾਸਤੇ ਹੁੰਦੀ ਹੈ? ਸਿਆਸਤ ਹੁੰਦੀ ਹੈ ਸੱਤਾ ਲੈਣ ਵਾਸਤੇ। ਸੱਤਾ ਲੈਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਵੀ ਸਿਆਸਤ ਕਰਦਾ ਕਿ ਮੈਂ ਸੱਤਾ 'ਚ ਰਹਾਂ। ਨਵਜੋਤ ਸਿੰਘ ਸਿਆਸਤ ਕਰਦਾ ਮੈਂ ਸੱਤਾ ਹਾਸਲ ਕਰਾਂ। ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਵਾਰੀ ਮੇਰੀ ਹੈ, 5 ਸਾਲ ਮੈਂ ਬਾਹਰ ਰਹਿ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਪਿਛਲੀ ਵਾਰੀ ਪਛੜ ਗਏ ਸੀ, ਐਤਕੀ ਅਸੀਂ ਕੋਈ ਕਸਰ ਨਹੀਂ ਛੱਡੀ, ਸਾਰੇ ਆਪੋ ਆਪਣੇ ਥਾਵਾਂ ਤੇ ਜ਼ੋਰ ਲਾਓ। ਪਰ ਗੱਲ ਕੀ ਹੈ, ਜੇ ਆਪਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਦੇਖੀਏ, ਭਗਵੰਤ ਸਿੰਘ ਮਾਨ ਦੀ ਗੱਲ ਆਉਂਦੀ ਹੈ। ਭਗਵੰਤ ਸਿੰਘ ਮਾਨ ਇਸ ਗੱਲ ਦੇ ਉੱਤੇ ਨਾਰਾਜ਼ ਹੈ ਕਿ ਭਾਈ ਮੇਰਾ ਤੁਸੀਂ ਜਿਹੜਾ ਹੈਗਾ ਹੁਣ ਤੱਕ ਮੈਨੂੰ ਤੁਸੀਂ ਕਿਉਂ ਨਹੀਂ ਕਿਹਾ ਵੀ ਭਾਈ ਆਪਦੇ ਲੀੜੇ ਕੱਪੜੇ ਸੰਭਾਲਾ। ਹਾਂ, ਵੀ ਉਹਦਾ ਵੀ ਜੀ ਕਰਦਾ ਵਿਆਹ ਨੂੰ। ਹਾਂ, ਵੀ ਤੈਨੂੰ ਅਸੀਂ ਮੁੱਖ ਮੰਤਰੀ ਬਣਾਉਣਾ। ਕਹਿੰਦਾ ਤੁਸੀਂ ਯਾਰ ਫੈਸਲਾ ਹੀ ਨਹੀਂ ਕਰਦੇ। ਜਰਨੈਲ ਸੋ ਕਹਿੰਦਾ ਨਹੀਂ, ਜੇ ਇਲੈਕਸ਼ਨ ਦੇ ਵਿੱਚ ਟਾਈਮ ਪਿਆ। ਫਿਰ ਸਵਾਲ ਖੜਾ ਹੋ ਜਾਂਦਾ ਵੀ ਉੱਤਰਾਖੰਡ ਵਾਲਾ ਤਾਂ ਫਿਰ ਉਹ ਵੀ ਨਾਲ ਹੀ ਆਪਣੇ ਉੱਥੇ। ਬਿਲਕੁਲ ਹਾਂਜੀ। ਅੱਛਾ, ਉਹਦਾ ਗੁੱਸਾ ਜ਼ਰੂਰ ਹੈ, ਲੇਕਿਨ ਉਹ ਬੋਲਦਾ ਤਾਂ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿੱਚ ਕੋਈ ਬੰਦਾ ਨਹੀਂ ਬੋਲਦਾ ਜੀ ਕੀ ਨੂੰ ਕੁਛ ਬਣਾਓ ਨਾ ਬਣਾਓ, ਅੰਦਰ ਖਾਤੇ ਸਾਰੇ ਜੋ ਟਿਕਟ ਮੈਨੂੰ ਮਿਲ ਜੇ, ਲੇਕਿਨ ਬਾਹਰ ਕਿਸੇ ਨੂੰ ਪਤਾ ਨਹੀਂ ਲੱਗਦਾ। ਜਿੱਥੋਂ ਤੱਕ ਰਹੀ ਸੁਖਬੀਰ ਸਿੰਘ ਬਾਦਲ ਦੀ, ਇਕੱਲਾ ਬੰਦਾ ਹੈ,
ਕੱਲੀ ਹਾਈ ਕਮਾਂਡ ਹੈ, ਸਾਰਾ ਕੁਝ ਹੀ ਆਪ ਹੀ ਹੈ ਜੀ, ਸਾਰਾ ਆਪ ਹੈ। ਉਹ ਹੁਣ ਜਿਹੜੇ ਹੈਗੇ ਜਿਹਨੇ 100 ਦਿਨਾਂ ਦਾ ਪ੍ਰੋਗਰਾਮ ਰੱਖ ਲਿਆ, ਰੋਜ਼ 2-3 ਕੈਂਡੀਡੇਟਾਂ ਦਾ ਐਲਾਨ ਕਰ ਦਿੰਦਾ ਹੈ। ਬਿਲਕੁਲ ਕੋਰ ਕਮੇਟੀ ਦੀ ਮੀਟਿੰਗ ਅੱਜ ਹੁੰਦੀ ਹੈ ਤੇ ਇਹ ਤੋਂ ਪਹਿਲਾਂ ਕਿੰਨੇ ਕੈਂਡੀਡੇਟਸ ਦਾ ਐਲਾਨ ਹੋ ਗਿਆ, ਉਹਦੇ 'ਚ ਪਤਾ ਨਹੀਂ ਅੱਜ ਕੀ ਕੁਛ ਹੋਣਾ। ਪਰ ਫਿਰ ਵੀ ਮੈਨੂੰ ਨਹੀਂ ਖਿਆਲ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਥਾਰਟੀ ਹੈ ਉਹਨੂੰ ਕੋਈ ਲੀਡਰ ਚੁਣੌਤੀ ਦੇਊਗਾ, ਕਿਸੇ ਨੇ ਚੁਣੌਤੀ ਨਹੀਂ ਦੇਣੀ। ਆਪਦਾ ਆਰਾਮ ਨਾਲ ਕੰਮ ਕਰਦਾ ਫਿਰਦਾ, ਠੀਕ ਹੈ। ਕਿਸਾਨ ਜਿਹੜਾ ਹੈਗਾ ਥੋੜਾ ਬਹੁਤਾ ਵਿਰੋਧ ਕਰਦੇ ਆ, ਕਰੀ ਜਾਂਦੇ। ਰਹੇਗੀ ਕਾਂਗਰਸ ਪਾਰਟੀ ਦੀ ਗੱਲ। ਕਾਂਗਰਸ ਪਾਰਟੀ ਹੁਣ ਇਸ ਗੱਲ ਦੇ ਉੱਤੇ ਜੇ ਤਾਂ ਜ਼ੋਰ ਲਾਵੇ ਜੀ, ਅਸੀਂ ਨਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਨੇੜੇ ਆਉਣ ਦੇਣਾ, ਰਾਜ ਸੱਤਾ ਦੇ ਤਾਂ ਵੈਸੇ ਉਹਨਾਂ ਦਾ ਸਾਫ਼ ਹੈ ਮਾਮਲਾ, ਤੇ ਅਕਾਲੀ ਦਲ ਨੂੰ ਤਾਂ ਬਿਲਕੁਲ ਨਹੀਂ ਆਉਣ ਦੇਣਾ, ਤੇ ਪੈਰ ਅਸੀਂ ਆਮ ਆਦਮੀ ਪਾਰਟੀ ਦੇ ਵੀ ਨਹੀਂ ਲੱਗਣੇ। ਇਹ ਗੱਲ ਕਰੇ ਤਾਂ ਠੀਕ ਹੈ, ਲੇਕਿਨ ਕਾਂਗਰਸ ਦੀ ਹਾਲਤ ਕੀ, ਕਾਂਗਰਸ ਵਾਲੇ ਕਹਿੰਦੇ ਵੀ ਕਿਹੜਾ ਹੁਣੇ ਹੀ ਸਾਰਾ ਕੁਝ ਪਾੜ ਦਈਏ, ਉਹ ਲੀੜੇ ਕੱਪੜੇ ਪਾੜਨ ਤੇ ਹੋਏ ਪਏ ਹੈ। ਪਹਿਲਾਂ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਮਾਮਲੇ ਤੇ ਕਾਟੋ ਕਲੇਸ਼ ਪਿਆ, ਚਲੋ ਜੀ ਉਹ ਕਾਟੋ ਕਲੇਸ਼ ਕਿਸੇ ਹੱਦ ਤੱਕ ਉਹਨਾਂ ਨੇ ਆਪਦਾ ਸੁਲਝਾ ਲਿਆ, ਮੁਕਾ ਲਿਆ। ਫਿਰ ਉਹਨੇ ਜਦੋਂ ਟੇਕ ਓਵਰ ਕੀਤਾ, ਪ੍ਰਧਾਨਗੀ ਹਾਸਲ ਕੀਤੀ, ਉਸ ਦਿਨ ਵੀ ਥੋੜੀ ਬਹੁਤੀ ਜਿਹੜੀ ਹੈ ਕੌੜ ਕਸੈਲ ਨਿਕਲ ਗਈ, ਉਹਦੇ ਤੇ ਵੀ ਕਾਬੂ ਪੈ ਗਿਆ। ਆ ਪਿਛਲੇ ਦਿਨਾਂ ਦੇ ਵਿੱਚ ਜਦੋਂ 4 ਵਜ਼ੀਰ ਤੇ ਕੁਝ ਉਹਨਾਂ ਨੇ MLA ਇਕੱਠੇ ਕਰ ਲਏ, ਕਹਿੰਦੇ ਜੀ ਸਾਨੂੰ ਨਹੀਂ ਇਹ ਮੁੱਖ ਮੰਤਰੀ ਚਾਹੀਦਾ, ਇਹ ਮੁੱਖ ਮੰਤਰੀ ਨੂੰ ਲਾ ਦਿਓ। ਤੇ ਗਾ ਮੁੱਖ ਮੰਤਰੀ ਵੀ ਕਿਹੜਾ ਨਾਲ ਦੀ ਨਾਲ ਤਿਆਰ ਬੈਠਾ ਸੀ, ਉਹ ਵੀ ਚਿਪਕਿਆ ਬੈਠਾ, ਨੱਟ ਨੁੱਟ ਕਿਸੇ ਦੇ, ਮੈਂ ਤਾਂ ਨਹੀਂ ਕੁਰਸੀ ਛੱਡਦਾ। ਉਹ ਤੋਂ ਬਾਅਦ ਇਹਨਾਂ ਦਾ ਕਲੇਸ਼ ਵੱਧ ਆ ਗਿਆ। ਚਲੋ ਵੱਧਦਿਆਂ ਕਲੇਸ਼ ਆਪਾਂ ਨੂੰ ਪਤਾ ਵੀ ਦੇਹਰਾਦੂਨ ਹੋ ਕੇ ਬਾਇਆ ਦਿੱਲੀ, ਫਿਰ ਚੰਡੀਗੜ੍ਹ ਆ ਗਏ ਤੇ ਨਿਰਾਸ਼ਾ ਦਾ ਆਲਮ ਵੀ ਹੈ। ਕੱਲ ਇੱਕ ਇੰਟਰਵਿਊ ਕੱਲ ਦੀ ਚੱਲੀ ਜਾਂਦੀ ਹੈ, ਮੈਂ ਵੀ ਦੇਖੀ ਹੈ, ਸ਼ਾਇਦ ਤੁਸੀਂ ਵੀ ਦੇਖੀ ਹੋਵੇ, ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹੈ। ਤ੍ਰਿਪਤ ਰਜਿੰਦਰ ਬਾਜਵਾ ਨੂੰ ਪੱਤਰਕਾਰ ਪੁੱਛਦਾ ਵੀ ਤੁਹਾਨੂੰ ਕੋਈ ਖੈਰ ਨਹੀਂ ਪਈ, ਕਹਿੰਦਾ ਨਹੀਂ ਕੋਈ ਲੱਗੂਗਾ ਪਤਾ ਅੱਗੇ, ਅਜੇ ਦੇਖੋ ਸਹੀ ਕਰਨ, ਟਾਈਮ ਆ ਲੈਣ ਤੋਂ ਬਣਦਾ ਕੀ ਹੈ। ਤੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਹਿੰਦਾ ਜੀ ਬਹੁਤ ਮਾੜੀ ਗੱਲ, ਅਸੀਂ ਲੋਕਾਂ ਨੂੰ ਜਵਾਬ ਕੀ ਦੇਵਾਂਗੇ, ਲੋਕ ਸਾਨੂੰ ਸਵਾਲ ਪੁੱਛਦੇ ਹੈ, ਲੋਕਾਂ ਦੇ ਮਸਲਿਆਂ ਤੇ ਗੱਲ ਹੋਣੀ ਚਾਹੀਦੀ ਹੈ। ਆਹ ਜਿਹੜਾ ਹੈਗਾ ਪਾਵਰ ਪਰਚੇਜ ਐਕਟ PPA ਦੀ ਕਹਿੰਦਾ ਜੀ ਜਿਹੜੇ ਉਹ ਗੱਲ ਕਰ ਰਹੇ ਆ ਲੋਕ ਤਾਂ ਅਫਸਰ ਕਰ ਰਹੇ ਜੀ, ਤੇ ਜੇ ਅਫਸਰ ਕਹਿੰਦੇ ਰੱਦ ਕਰਨਗੇ ਜਾਂ ਕੋਈ ਐਸੀ ਵੈਸੀ ਗੱਲ ਕਰਨਗੇ ਤੇ ਕੋਰਟਾਂ 'ਚ ਫਸ ਜੂਗਾ ਜਾ ਕੇ। ਇਹ ਜਿਹੜੇ ਚੁਣੇ ਹੋਏ ਲੋਕ ਆ ਉਹਨਾਂ ਕੋਲੇ ਗੱਲ ਜਾਣੀ ਚਾਹੀਦੀ ਹੈ, ਅਸੀਂ ਫੈਸਲਾ ਕਰਨਾ ਹੈ। ਤੇ ਉਹ ਕਹਿੰਦੇ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਸਮਰਪਿਤ ਜਿਹੜਾ ਹੈਗਾ 4 ਤਾਰੀਖ ਦਾ ਲਾ ਲਿਆ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਉਤਸਵ ਹੈ। ਸੈਸ਼ਨ ਉਹਦੀ ਤਾਂ ਕਹਿੰਦੇ ਉਹੀ ਗੱਲ ਹੋਣੀ ਹੈ ਜੀ, ਤੇ ਇਹਦੇ ਵਾਸਤੇ ਚਾਹੀਦਾ ਜੀ ਫੇਰ ਥੋੜਾ ਜਿਹਾ ਤੁਸੀਂ ਮਤਲਬ ਲੰਬਾ ਕਰ ਲਓ ਸੈਸ਼ਨ। ਉਹ ਪੱਤਰਕਾਰ ਨੇ ਫਿਰ ਕਹਿਤਾ, ਕਹਿੰਦਾ ਜੀ ਅੱਗੇ ਤਾਂ ਸਾਹਮਣੇ ਤੋਂ ਹਮਲੇ ਹੁੰਦੇ ਸੀ, ਜਿਹੜਾ ਸਾਹਮਣੇ ਆਪੋਜੀਸ਼ਨ ਬੈਠੀ ਹੁੰਦੀ ਹੈ ਜੀ। ਹੁਣ ਕਹਿੰਦੇ ਵੀ ਕੈਪਟਨ ਸਾਹਿਬ ਨੂੰ ਸ਼ਾਇਦ ਇਹ ਡਰ ਲੱਗਦਾ ਵੀ ਮਗਰਲੇ ਪਾਸੇ ਜਿਹੜੇ ਨੇ ਆਪਾਂ ਨੂੰ ਬਚਾਉਣਾ ਹੈ, ਜਿਹੜੀ ਅਕਾਲੀਆਂ ਨੇ ਹੋ ਹੱਲਾ ਕਰਨਾ ਹੈ ਜਾਂ ਆਪ ਵਾਲਿਆਂ ਨੇ ਹੋ ਹੱਲਾ ਕਰਨਾ, ਜਿਹਨਾਂ ਨੇ ਉਹਦਾ ਵਿਰੋਧ ਕਰਨਾ ਹੈ, ਤੇ ਕਿਤੇ ਉਹੀ ਨਾ ਮੁੜ ਕੇ ਝੰਡੇ ਚੱਕ ਕੇ ਖੜੇ ਹੋ ਜਾਣ। ਕਹਿੰਦਾ ਲੈ ਅਸੀਂ ਥੋੜ੍ਹਾ ਹੋਵਾਂਗੇ, ਸਾਡਾ ਮੁੱਖ ਮੰਤਰੀ ਹੈ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਤੇ 4 ਦਿਨ ਪਹਿਲਾਂ ਕਹਿੰਦੇ ਸਾਨੂੰ ਇਹ ਮੁੱਖ ਮੰਤਰੀ ਚਾਹੀਦਾ ਨਹੀਂ। ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਨਾਲ ਜੋ ਕੁਛ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਉਹ ਨਵਜੋਤ ਸਿੰਘ ਸਿੱਧੂ ਨੇ ਕਹਿਤਾ, ਅਟੈਕ ਉਹਨੇ ਵੀ ਕਰਤਾ ਜੀ। ਇਹ ਜਿਹੜਾ ਇੱਕ ਦਿਨ ਦਾ ਇਹ ਤਾਂ ਲੰਬਾ ਕਰੋ, ਸੈਸ਼ਨ ਲੰਬਾ ਚਾਹੀਦਾ। ਇਹਦੇ ਨਾਲ ਇੱਕ ਗੱਲ ਹੋਰ ਦੇਖੋ, ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਜਿਹੜਾ PPA ਹੈ, ਜੇ ਇਹਨਾਂ ਨੂੰ ਰੱਦ ਨਾ ਕੀਤਾ ਮੁੱਖ ਮੰਤਰੀ ਨੇ, ਫਿਰ MLA ਕਰਨਗੇ ਜੀ, ਉਹ MLA ਕਰਨਗੇ ਕਿ ਅਸੈਂਬਲੀ ਦੇ ਵਿੱਚ ਅਸੀਂ ਮਤਾ ਲੈ ਕੇ ਆਵਾਂਗੇ। 6 ਮਹੀਨਿਆਂ ਦੇ ਵਿੱਚ ਅਸੈਂਬਲੀ ਦਾ ਸੈਸ਼ਨ ਇੱਕ ਵਾਰੀ ਬੁਲਾਉਣਾ ਜ਼ਰੂਰੀ ਹੈ। ਇਹਦੇ 'ਚ ਨਾਲੇ ਸੱਪ ਮਰ ਜੇ ਤੇ ਸੋਟਾ ਵੀ ਨਾ ਟੁੱਟੇ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਰ ਲਈ ਬਈ ਜੀ ਜਿਹੜੀ ਕਾਨੂੰਨ ਦੀ ਪੂਰਤੀ ਆ ਕਰ ਦਿਓ। ਗੁਰੂ ਅਰਜਨ ਦੇਵ ਦੇ ਨਾਂ ਦੇ ਉੱਤੇ ਬੁਲਾ ਲਓ ਅਸੈਂਬਲੀ, ਉੱਥੇ ਕਿਸੇ ਨੇ ਬੋਲਣਾ ਹੀ ਨਹੀਂ। ਜੇ ਗੁਰੂ ਅਰਜਨ ਦੇਵ ਦੇ ਮੁੱਦੇ ਦੇ ਪ੍ਰਕਾਸ਼ ਉਤਸਵ ਦੇ ਉੱਤੇ ਕੋਈ ਬੋਲਦਾ ਹੈ, ਉਹਨੂੰ ਮਨਾਉਣ ਦੇ ਮਾਮਲੇ ਦੇ ਉੱਤੇ ਤੇ ਉਹਦੀ ਬਦਨਾਮੀ ਹੋਣੀ ਹੈ। ਬਿਲਕੁਲ, ਕਿਵੇਂ ਸਿੱਖ ਜਗਤ ਜਾਂ ਪੰਜਾਬ ਦੇ ਲੋਕ ਕਿਵੇਂ ਬਰਦਾਸ਼ਤ ਕਰਨਗੇ ਕਿ ਗੁਰੂ ਸਾਹਿਬ ਦੇ ਜਿਹੜਾ ਹੈਗਾ ਤੁਸੀਂ ਦਿਵਸ ਦੇ ਉੱਤੇ ਇਸ ਤਰ੍ਹਾਂ ਕਰਦੇ ਹੋ। ਉਦੋਂ ਬਾਅਦ ਫਿਰ ਕੀ ਹੁੰਦਾ ਹੈ, ਗੁਰੂ ਅਰਜਨ ਦੇਵ ਕਿ ਗੁਰੂ ਤੇਗ ਬਹਾਦਰ ਜੀ ਹੈ, ਮੇਰਾ ਖਿਆਲ ਗੁਰੂ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਉਤਸਵ 4 ਤਾਰੀਖ ਦਾ, ਤੇਗ ਬਹਾਦਰ ਜੀ ਦਾ, ਮੈਂ ਗਲਤੀ ਕਰ ਗਿਆ ਸੀ, ਮਾਫੀ ਚਾਹੁੰਦਾ। ਚਲੋ ਮੇਰੇ ਖਿਆਲ ਮੈਥੋਂ ਮੂੰਹ 'ਚ ਅਰਜਨ ਦੇਵ ਨਿਕਲ ਜਾਂਦਾ ਕੋਈ, ਮਾਫੀ ਚਾਹੁੰਦੇ। ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹਨਾਂ ਨੇ ਰੱਖ ਕੇ ਉਹਦੇ ਵੀ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਹਿੰਦ ਦੀ ਚਾਦਰ ਹੈ ਜੀ, ਜਿਨ੍ਹਾਂ ਨੇ ਇੱਕ ਬੜਾ ਵੱਡਾ ਮਤਲਬ ਇਤਿਹਾਸ ਸਿਰਜਿਆ ਹੋਇਆ ਹੈ। ਔਰ ਫਿਰ ਗੁਰੂ ਗੋਬਿੰਦ ਸਿੰਘ ਦੀ ਤੇ ਸਾਰਾ ਉਹਨਾਂ ਦੇ ਤੇ ਹੁਣ ਕਰਨਾ ਕਿਸੇ ਨੇ ਕੀ ਹੈ ਜੀ। ਇਸ ਕਰਕੇ ਉਹਨਾਂ ਦੀ ਉਹ ਜਿਹੜੀ ਹੈਗੀ ਆ ਰਸਮ ਦੀ ਪੂਰਤੀ ਹੋ ਜਾਣੀ ਕਿ ਸੈਸ਼ਨ ਵੀ ਹੋ ਗਿਆ ਜੀ, ਕਾਨੂੰਨ ਦੀ ਕੋਈ ਪਾਬੰਦੀ ਨਹੀਂ ਰਹਿਣੀ। ਬਾਕੀ ਜਿਹੜਾ ਉਹਨਾਂ ਨੇ ਕੰਮ ਕਰਨਾ ਨੇੜੇ ਜੇ ਆ ਕੇ ਇੱਕ ਦਿਨ ਉਹ ਆਪਦਾ ਕਰ ਲੈਣਗੇ। ਇਸ ਗੱਲ ਦੇ ਉੱਤੇ ਹੁਣ ਰੌਲਾ ਪਿਆ ਹੋਇਆ, ਪਰ ਰੌਲਾ ਦੂਜਾ ਵੀ ਪੈ ਗਿਆ। ਉਧਰੋਂ ਦਾ ਨਵਜੋਤ ਸਿੰਘ ਸਿੱਧੂ ਇਹ ਮੰਗ ਕਰੀ ਜਾਂਦੇ ਛੇਤੀ ਕਰੋ ਜੀ, ਬੁਲਾਓ ਇਹਨੂੰ, ਸੈਸ਼ਨ ਨੂੰ ਲੰਬਾ ਕਰੋ। ਤੇ ਨਾਲ ਕੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਲਾਕੇ ਦੇ ਵਿੱਚ ਇੱਕ 100 ਫੁੱਟੀ ਸੜਕ ਹੈ ਜੀ, ਤੇ ਉਹ ਸੜਕ ਦਾ ਉਹਦੇ ਤੇ ਬਣਾਉਣਾ ਸੀ ਇੱਕ ਗੇਟ। ਅੱਛਾ ਜੀ।
ਉਹ ਗੇਟ ਦਾ ਉਹਨਾਂ ਨੇ ਨੀਂਹ ਪੱਥਰ ਰੱਖਣਾ ਸੀ। ਸੜਕ ਸ਼ਾਇਦ ਕਿਸੇ ਮੰਦਿਰ ਵੱਲ ਨੂੰ ਜਾਂਦੀ ਹੈ ਤੇ ਉਹ ਨੀਂਹ ਪੱਥਰ ਰੱਖਣ ਵਾਸਤੇ ਜਦੋਂ ਉੱਥੇ ਆਏ ਤੇ ਉੱਥੇ ਜੀ ਦੁਕਾਨਦਾਰ ਇਕੱਠੇ ਹੋ ਗਏ। ਅੱਛਾ ਜੀ। ਦੁਕਾਨਦਾਰਾਂ ਨੇ ਚੱਕ ਕੇ ਤੇ ਉੱਥੇ ਨਾਅਰੇਬਾਜ਼ੀ ਕਰਤੀ। ਨਾਅਰੇਬਾਜ਼ੀ ਕਰਤੀ। ਸਿਕਿਉਰਿਟੀ ਦੇ ਪ੍ਰਬੰਧ ਤਾਂ ਹੋਣੇ ਆ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ। ਦਵਾ ਦਵ ਜੀ ਫਿਰ ਭਾਸ਼ਣ ਵਗੈਰਾ ਨਹੀਂ ਕੀਤਾ। ਪੁਲਿਸ ਵਾਲਿਆਂ ਨੇ ਤਾਂ ਗੱਡੀਆਂ 'ਚ ਬਹਾਇਆ ਤੇ ਉਹ ਲੈ ਕੇ ਚਲੇ ਗਏ। ਉਹ ਹੁਣ ਪਤਾ ਲੱਗਿਆ ਕਿ ਲੋਕਾਂ ਨੂੰ ਤਕਲੀਫ ਕਿਉਂ, ਨਾਅਰੇਬਾਜ਼ੀ ਕਿਉਂ ਕੀਤੀ। ਮੈਨੂੰ ਵੀ ਪਹਿਲਾਂ, ਮੈਂ ਜੋ ਰਾਤ ਦੇਖੀ ਇਹ ਸਿਲਸਿਲਾ, ਮੈਂ ਕਿਹਾ ਸ਼ਾਇਦ ਕੀ ਹੈ ਕਿਤੇ ਦੂਜੀ ਧਿਰ ਵਾਲਿਆਂ ਨੇ ਉਂਗਲ ਲਾਤੀ। ਹਾਂ, ਵਿਰੋਧੀਆਂ ਨੇ, ਸਿਆਸੀ ਵਿਰੋਧੀਆਂ ਨੂੰ ਤਾਂ ਅੱਜ ਕੱਲ੍ਹ ਤਾਂ ਪਾਰਟੀ ਦੇ ਅੰਦਰ ਵੀ ਹੈ, ਅੰਦਰ ਸਾਰਾ ਕੁਝ ਹੀ ਚੱਲੀ ਜਾਂਦਾ। ਹਾਂ, ਹੁਣ ਉਹ ਪਤਾ ਲੱਗਿਆ ਕਿ ਅਸਲ ਦੇ ਵਿੱਚ ਉੱਥੇ ਉਹ ਲੋਕ ਕਹਿੰਦੇ ਜੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਬੰਦੇ ਆ ਨਾ, ਕਲਲੀਆਂ ਸਵਾਰੀਆਂ, ਜਿਹੜੇ ਕਾਉਂਸਲਰ ਵਗੈਰਾ ਹੈਗੇ, ਉਹ ਕਹਿੰਦੇ ਉਹਦੀ ਸ਼ਿਕਾਇਤ ਸਕੂਤ ਕਰਨ ਗਿਆ ਸੀ ਕੋਈ, ਕਹਿੰਦਾ ਇਹ ਤਾਂ ਮੇਰਾ ਬੰਦਾ ਹੀ ਖਾਸ ਹੈ। ਉਹ ਕਾਉਂਸਲਰ ਕਹਿੰਦੇ ਜੀ ਉਹ ਕਿਸੇ ਦੀ ਦੁਕਾਨ ਦੇ ਉੱਤੇ ਕੋਈ ਪਤਾ ਨਹੀਂ ਪੇਠੀਆਂ ਵਾਲਾ ਕਿ ਪੀਠੀਆਂ ਵਾਲਾ ਕੁਛ ਇਹੋ ਜਿਹੀ ਦੁਕਾਨ ਵਾਲਾ, ਕੋਈ ਵੱਡਾ ਨਾਂ ਹੈ, ਗੁਰਮੇਲ ਸਿੰਘ ਕੇ ਕੁਛ ਇਹੋ ਜਿਹਾ ਨਾਂ ਹੈ। ਉਹ ਕਹਿੰਦੇ ਜੀ ਉਹਦੇ ਤੇ ਕਬਜ਼ਾ ਕਰਨ ਨੂੰ ਫਿਰਦਾ ਹੈ। ਅੱਛਾ ਜੀ। ਅਸੀਂ ਸ਼ਿਕਾਇਤ ਕਰਨਾ ਸਾਡੀ ਗੱਲ ਨਹੀਂ ਗੇ। ਨਾਲ ਉਹ ਕਹਿੰਦੇ ਜੀ ਹੁਣ ਤੁਸੀਂ ਆ ਗਏ ਹੋ, 4.5 ਸਾਲ ਤੱਕ ਤੁਸੀਂ ਸਾਨੂੰ ਦਰਸ਼ਨ ਨਹੀਂ ਦਿੱਤੇ ਜੀ। ਇਹਦੇ 'ਚ ਹੁਣ ਵੱਡੀ ਗੱਲ ਇੱਕ ਇਹ ਦਾਨੇਵਾਲੀਆ ਸਾਹਿਬ ਇਹ ਹੈ ਕਿ ਜਦੋਂ ਤੁਸੀਂ ਆਪਦਾ ਘਰ ਨਾ ਸੰਭਾਲੋ ਜੀ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਲਾਓਗੇ, ਤੇ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸੰਭਾਵਨਾ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ਦੇ ਜਿਹੜੇ ਲੋਕ ਆ, ਹੋ ਸਕਦਾ ਉਹਨਾਂ ਨੇ ਕਰਵਾਇਆ ਹੋਵੇ। ਇਹ ਸੰਭਾਵਨਾ ਸਾਰੀ ਜਾਇਜ਼ ਹੈ ਜੀ। ਹਾਂਜੀ ਹਾਂਜੀ ਹਾਂਜੀ। ਇਸ ਕਰਕੇ ਸਾਰਾ ਕੁਛ ਹੈ ਜਿਹੜਾ ਉੱਥੇ ਹੋਈ ਜਾਂਦਾ ਹੈ। ਮੇਰੇ ਖਿਆਲ ਮੁਤਾਬਕ ਮੈਨੂੰ ਜਾਪਦਾ ਹੈ ਵੀ ਕਾਂਗਰਸ ਪਾਰਟੀ ਵਾਲਿਆਂ ਨੇ ਫੈਸਲਾ ਕਰ ਲਿਆ, ਹਾਈ ਕਮਾਂਡ ਨੇ ਵੀ ਫੈਸਲਾ ਕਰ ਲਿਆ ਤੇ ਇੱਥੋਂ ਵਾਲਿਆਂ ਨੇ ਵੀ ਫੈਸਲਾ ਕਰ ਲਿਆ ਜੀ ਅਸੀਂ ਆਪੋਜੀਸ਼ਨ ਨੂੰ ਰਾਜ ਭਾਗ ਜਿਹੜਾ ਸੌਂਪ ਹੀ ਦੇਣਾ, ਰੱਖਣਾ ਨਹੀਂ, ਪਰ ਨਿਬੇੜ ਦੇਣਾ ਕੰਮ। ਹਾਂਜੀ। ਤੇ ਉਧਰ ਜਿਹੜੇ ਸਿੱਧੂ ਸਾਹਿਬ ਉਹ ਕਹਿੰਦੇ ਆਪਾਂ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਉਹ ਤੇ ਵੀ ਇਤਰਾਜ਼ ਆ ਗਿਆ। ਹਾਂਜੀ ਹਾਂਜੀ, ਉਹਨਾਂ ਦਾ ਇਤਰਾਜ਼ ਹੈ ਹੀ ਹੈ। ਇਤਰਾਜ਼ ਨਾ ਮੇਰੇ ਕਹਿੰਦੇ ਵਧਾਓ ਇਹਨੂੰ, ਵਧਾਓ ਇਹੀ ਹੈ ਨਾ। ਹਾਂਜੀ ਹਾਂਜੀ। ਤੇ ਕਿਸਾਨਾਂ ਦੇ ਵਿਰੋਧ ਕਾਰਨ ਸੁਖਬੀਰ ਬਾਦਲ ਹੋਰਾਂ ਨੂੰ ਵੀ ਆਪਦੀਆਂ ਵਿੱਚ ਕਈ ਪ੍ਰੋਗਰਾਮ ਰੱਦ ਕਰਨੇ ਪੈ ਰਹੇ ਜੀ। ਹਾਂਜੀ, ਉਹ ਮਾਛੀਵਾੜੇ ਗਏ ਸੀ ਕੱਲ, ਤੁਹਾਨੂੰ ਪਤਾ ਵੀ ਉਹ ਆਪਣੇ ਖੀਰਨੀਆ ਸਾਹਿਬ ਤਾਂ ਛੱਡ ਗਏ ਸੀ ਅਕਾਲੀ ਦਲ, ਤੇ ਫਿਰ ਉਹ ਢਿੱਲੋਂ ਖਾਨਦਾਨ ਦਾ, ਅਮਰੀਕ ਸਿੰਘ ਢਿੱਲੋਂ ਦਾ ਖਾਨਦਾਨ ਚੋਂ ਹੀ ਪੁੱਤਰ ਹੀ ਲੱਗਦਾ ਮੇਰੇ ਖਿਆਲ, ਉਹਨੂੰ ਉਹਨਾਂ ਨੇ ਕੱਲ ਜੁਆਇਨ ਕਰਾ ਲਿਆ। ਤੇ ਮਾਛੀਵਾੜੇ ਵੀ ਉਹਨਾਂ ਨੇ ਇੱਕ ਰੈਲੀ ਕਰਨੀ ਸੀ, ਮੀਟਿੰਗ ਕਰ ਲਿਓ, ਰੈਲੀ ਕਹਿ ਲਓ, ਉਹਦੇ 'ਚ ਸੀ ਕਿਸੇ ਪੈਲੇਸ ਦੇ ਵਿੱਚ। ਉੱਥੇ ਕਿਸਾਨ ਜਥੇਬੰਦੀਆਂ ਤਾਂ ਹੁਣ ਤੁਹਾਨੂੰ ਪਤਾ ਹਰ ਥਾਂ ਹੀ ਹੈਗੀਆਂ। ਜਿਹੜੀ ਕੋਈ ਕਾਦੀਆਂ ਆਰਗੇਨਾਈਜੇਸ਼ਨ ਹੈ ਜੀ, BKU ਕਾਦੀਆਂ ਹੈਗੀ ਹੈ ਜੀ। ਕਾਦੀਆਂ ਦਾ ਜਿਹੜਾ ਇੱਕ ਲੀਡਰ ਹੈ ਉਹਨੂੰ ਕਾਫੀ ਸਾਰੇ ਬੰਦੇ ਇਕੱਠੇ ਕਰਕੇ ਆ ਗਏ। ਉਹ ਕਹਿੰਦੇ ਜੀ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣੇ ਜੀ, ਤੇ ਸਵਾਲ ਉਹ ਦੱਸਣ ਨੂੰ ਤਿਆਰ ਨਹੀਂ, ਗੱਲ ਕਰਨ ਨੂੰ ਤਿਆਰ ਨਹੀਂ। ਉਹਨਾਂ ਨੇ ਜੀ ਇਕੱਠ ਕਰ ਲਿਆ ਜੀ ਬਾਬਾ, ਤੇ ਉਹਨਾਂ ਨੇ ਕੋਈ ਟਾਈਮ ਵਗੈਰਾ ਫਿਕਸ ਨਾ ਕੀਤਾ, ਕੋਈ ਗੱਲਬਾਤ ਨਾ ਕੀਤੀ, ਮਤਲਬ ਜਿਹੜੀ ਨਾਅਰੇਬਾਜ਼ੀ ਹੋ ਗਈ। ਇੱਕ ਦੋ ਵਾਰੀ ਤਾਂ ਕਹਿੰਦੇ ਜੀ ਕਲੈਸ਼ ਹੁੰਦਾ ਵੀ ਰਹਿ ਗਿਆ ਆਪਸ ਵਿੱਚ। ਅੱਛਾ ਜੀ। ਅਕਾਲੀ ਵਰਕਰਾਂ ਦੇ ਤੇ ਆਪ ਦਾ ਵੀ। ਅਖੀਰ ਜਦੋਂ ਦੇਖਿਆ ਕਿ ਕਿਸਾਨਾਂ ਦਾ ਗੁੱਸਾ ਜ਼ਿਆਦਾ ਹੈ ਜੀ, ਇਹ ਨਾ ਹੋਵੇ ਕਿਤੇ ਕਰਨਾਲ ਬਣ ਜੇ, ਕਿਉਂਕਿ ਜੇ ਜ਼ਿਆਦਾ ਗੱਲ ਵਧੂਗੀ ਤਾਂ ਫਿਰ ਪੁਲਿਸ ਨੂੰ ਕਰਨੀ ਪੈਣੀ। ਜੇ ਦਖਲਅੰਦਾਜ਼ੀ ਕਰੂਗੀ ਤਾਂ ਲਾਠੀਚਾਰਜ ਵਗੈਰਾ ਵੀ ਹੋ ਸਕਦਾ ਸੀ। ਸਿਆਣਪ ਕੀਤੀ ਮੈਂ ਸਮਝਦਾ ਸੁਖਬੀਰ ਸਿੰਘ ਬਾਦਲ ਨੇ। ਫਿਰ ਉਹਨੇ ਕਹਿਤਾ ਜੀ ਰਹਿਣ ਹੀ ਦਿਓ, ਆਪਾਂ ਰੈਲੀ ਨਹੀਂ ਕਰਨੀ। ਉਹਨਾਂ ਨੇ ਰੈਲੀ ਛੱਡ ਕੇ ਚਲੇ ਗਏ। ਵੈਸੇ ਅੱਜ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਜੀ, ਮਨਜੀਤ ਸਿੰਘ ਰਾਏ ਹੈ ਜੀ, ਜਲੰਧਰ ਦੇ ਦੁਆਬਾ ਉੱਥੋਂ ਦੇ MC ਵੀ ਰਹੇ ਆ ਅਕਾਲੀ ਦਲ ਤੋਂ, ਸ਼ਾਇਦ ਰਹੇ ਹੁਣ। ਉਹ ਮਤਲਬ ਜਿਹੜੇ ਹੈਗੇ ਆ ਕਿਸਾਨ ਆਗੂ ਹੈ। ਉਹਨਾਂ ਦਾ ਅੱਜ ਇੱਕ ਬਿਆਨ ਆਇਆ, ਉਹਨਾਂ ਨੇ ਕਿਹਾ ਵੀ ਯਾਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਘੁਸਪੈਠੀਏ ਬਣ ਗਏ। ਅੱਛਾ ਜੀ। ਸਿਆਸੀ ਬੰਦੇ ਕਹਿੰਦੇ ਆਪਣੇ ਬੰਦਿਆਂ ਨੂੰ ਬਾੜ ਦਿੰਦੇ ਆ, ਝੰਡੇ ਤਾਂ ਲਾ ਲੈਂਦੇ ਆ ਕਿਸਾਨ ਯੂਨੀਅਨ ਦੇ, ਸੰਯੁਕਤ ਕਿਸਾਨ ਮੋਰਚੇ ਦੇ ਲਾ ਲੈਂਦੇ ਆ, ਪਿਛਲੇ ਪਾਸੇ ਲਿਖਿਆ ਹੁੰਦਾ ਨੋ ਫੂਡ ਨੋ ਫਾਰਮਰ, ਹਾਂਜੀ, ਤੇ ਤੁਰੇ ਫਿਰਦੇ ਆ ਰੈਲੀਆਂ 'ਚ। ਉਹੀ ਲੋਕ ਕਹਿੰਦੇ ਆ ਵੀ ਜੇ ਤਾਂ ਅਕਾਲੀ ਦਲ ਵਾਲੇ ਆ ਗਏ ਤਾਂ ਕਾਂਗਰਸੀ ਤੇ ਆਪ ਵਾਲੇ ਜਿਹੜੇ ਹੈਗੇ ਉਹ ਲਾ ਕੇ ਝੰਡੇ ਤੇ ਉਹ ਆ ਕੇ ਉਹਨਾਂ ਦੀ ਗੜਬੜ ਕਰ ਦਿੰਦੇ ਆ ਸਭਾ, ਤੇ ਜੇ ਆਪ ਵਾਲੇ ਆ ਗਏ ਫਿਰ ਕਾਂਗਰਸੀ ਤੇ ਅਕਾਲੀ ਹੋ ਜਾਂਦੇ, ਤੇ ਜੇ ਕਾਂਗਰਸ ਵਾਲੇ ਆ ਗਏ ਤੇ ਉੱਥੇ ਫਿਰ ਜਿਹੜੇ ਹੈਗੇ ਆ ਅਕਾਲੀ ਤੇ ਆਪ ਵਾਲੇ ਹੋ ਜਾਂਦੇ। ਇਹ ਸਾਰੇ ਦੇ ਸਾਰੇ ਕਹਿੰਦੇ ਜਿਹੜੇ ਹੈਗੇ ਆ ਨਾ ਇੱਕ ਦੂਜੇ ਨੂੰ ਜਿਹੜੀ ਠਿੱਬੀ ਲਾਉਣ ਵਾਸਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਦੇ ਜੀ। ਉਹਨਾਂ ਨੇ ਕਹਿੰਦਾ ਜੀ ਆਪਾਂ ਛੱਡੋ, ਪੰਜਾਬ ਦੇ ਵਿੱਚ ਇਕੱਲੇ BJP ਵਾਲੇ ਰਹਿੰਦੇ, ਬਸ ਇੱਕੋ ਗੱਲ ਕਰ ਲਓ ਕਿ ਸਾਡੇ ਸਾਰੇ ਬੰਦੇ ਜਿਹੜੇ ਉਹ ਦਿੱਲੀ ਚਲੋ ਜੀ, ਦਿੱਲੀ ਦੇ ਬਾਰਡਰ ਤੇ ਚੱਲੋ ਤਾਂ ਜਾ ਕੇ ਹੋਊਗਾ, ਨਹੀਂ ਤਾਂ ਭਰਾ ਮਾਰ ਜਾਂਗੇ ਪੈ ਜਾਂਗੇ ਆਪਾਂ। ਅਸੀਂ ਇਹਨਾਂ ਨੂੰ ਮੌਕਾ ਦਿੰਦੇ ਹਾਂ। ਔਰ ਮੈਂ ਦਾਨੇਵਾਲੀਆ ਸਾਹਿਬ ਰਾਏ ਸਾਹਿਬ ਨਾਲ ਸਹਿਮਤ ਹੈ ਇਸ ਗੱਲ ਦੇ ਉੱਤੇ, ਵਾਕਈ ਗੱਲ ਠੀਕ ਹੈ ਜੀ। ਕਈ ਵਾਰੀ ਜਿਹੜਾ ਵਿਰੋਧ ਹੁੰਦਾ ਨਾ ਕਿਸਾਨਾਂ ਦੇ ਨਾਂ ਥੱਲੇ ਵਿਰੋਧ ਹੋਰ ਹੀ ਕੁਛ ਕਰੀ ਜਾਂਦਾ। ਬਿਲਕੁਲ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।